ਜਿਹੜਾ ਤੁਸੀਂ ਆਰਮੀ ਦੇ ਵਿੱਚ ਜਾਣਾ ਚਾਹੁੰਦੇ ਸੀਗੇ ਉੱਥੇ ਤੁਹਾਡੀਆਂ ਅੱਖਾਂ ਦੇ ਵਿੱਚ ਤਕਲੀਫ ਕਾਰਨ ਤੁਹਾਨੂੰ ਉਹ ਮੌਕਾ ਨਹੀਂ ਮਿਲਿਆਗਾ ਜੀ ਜੀ ਤੇ ਉਹਨਾਂ ਅੱਖਾਂ ਨੂੰ ਤੁਸੀਂ ਇੰਨੀ ਤਕਲੀਫ ਦੇ ਰਹੇ ਹੋ, ਇੰਨਾ ਪੜ੍ਹਦੇ ਹੋ ਤੁਸੀਂ ਪ੍ਰੈਡਿਕਸ਼ਨ ਬੜੀ ਵਧੀਆ ਕਰਦੇ ਹੋ। ਤੁਸੀਂ ਪਾਕਿਸਤਾਨ ਬਾਰੇ ਪ੍ਰੈਡਿਕਸ਼ਨ ਕਰਤੀ ਸੀ, ਜਨਰਲ ਪਰਵੇਜ਼ ਮੁਸ਼ਰਫ ਬਾਰੇ। ਉਹ ਗੱਲ ਇਹ ਹੈ ਜੀ ਕਿ ਇਹ ਤਾਂ ਨਹੀਂ ਮੈਂ ਕਹਾਂਗਾ ਕਿ ਤੁੱਕਾ ਲੱਗਿਆ ਤੇ ਕਿਉਂਕਿ ਕਾਫੀ ਉਹ 'ਚ ਰਿਸਰਚ ਹੋਇਆ ਤੇ ਹੋਣ ਵਾਲੇ ਫੌਜ ਮੁਖੀ ਦੀ ਪ੍ਰੈਡਿਕਸ਼ਨ ਕੀਤੀ ਬੜੀਆਂ ਹਲਕੀਆਂ ਫੁਲਕੀਆਂ ਪੋਸਟ ਵੀ ਪਾਉਂਦੇ ਹੋ ਤੇ ਉਹਦੇ ਵਿੱਚ ਬਹੁਤੀਆਂ ਪੋਸਟ ਇਹੋ ਜਿਹੀਆਂ ਹੁੰਦੀਆਂ ਕਿ ਤੁਹਾਡੇ ਅੱਗੇ ਖਾਣੇ ਦੀ ਥਾਲੀ ਪਈ ਹੁੰਦੀ ਆ ਤੇ ਖਾਂਦੇ ਜਾਂ ਦਿਖਾਉਂਦੇ ਜ਼ਿਆਦਾ। ਕੋਸ਼ਿਸ਼ ਕਰਦਾ ਕਿ ਜਿੰਨੇ ਜ਼ਿਆਦਾ ਮੈਂ ਚੁਟਕਲੇ ਵਗੈਰਾ ਪਾਵਾਂ ਸੋਸ਼ਲ ਮੀਡੀਆ ਤੇ ਹੁੰਨੇ ਹੀ ਚੰਗੇ ਹੁੰਦੇ ਆ। ਬੜਾ ਤੁਹਾਡਾ ਇੱਕ ਵੱਖਰਾ ਜਿਹਾ ਪੱਖ ਨਹੀਂ ਕਿ ਮਿਲਟਰੀ ਦੀ ਹਿਸਟਰੀ ਬਾਰੇ ਤੁਸੀਂ ਇੰਨਾ ਕੁਝ ਲਿਖਦੇ ਹੋ, ਉਹਦੇ ਬਾਰੇ ਇੰਨੀ ਰਿਸਰਚ ਕਰਦੇ ਹੋ, ਦੂਜੇ ਪਾਸੇ ਚੁਟਕਲੇ ਵੀ ਬੜੇ ਪਾਉਂਦੇ ਹੋ। ਆਪ ਜਿਹੜੇ ਫੌਜੀ ਨੇ ਉਹ ਸਭ ਤੋਂ ਜ਼ਿਆਦਾ ਚੁਟਕਲੇ ਤੇ ਉਹ ਸੁਣਾਉਂਦੇ ਨੇ ਔਰ ਉਹ ਚੁਟਕਲੇ ਵੀ ਆਪਣੇ ਆਪ ਤੇ। ਕਦੇ ਤਕਲੀਫ ਹੁੰਦੀ ਹੈ ਮਨਦੀਪ ਸਿੰਘ ਬਾਜਵਾ ਜੋ ਤੁਸੀਂ ਕੋਈ ਬਹੁਤ ਹੀ ਰਿਸਰਚ ਕਰਕੇ ਕੋਈ ਆਰਟੀਕਲ ਲਿਖਿਆ ਉਸ ਤੋਂ ਬਾਅਦ ਕੋਈ ਤੁਹਾਨੂੰ ਇਹ ਕਹਿ ਦੇਵੇ ਯਾਰ ਤੁਸੀਂ ਤਾਂ ਕਾਂਗਰਸੀ ਹੋ ਇਸ ਕਰਕੇ ਇਦਾਂ ਲਿਖਿਆ? ਤੁਹਾਨੂੰ ਲੱਗਦਾ ਕਿ ਚਾਈਨਾ ਨੇ ਸਾਡੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ? ਪੱਕੀ ਗੱਲ ਹੈ। ਜਿਹੜੀ ਪੋਲਿਟਿਕਸ ਸਾਡੇ ਸਾਹਮਣੇ ਇੰਡੀਆ ਪਾਕਿਸਤਾਨ ਦੇ ਨਾਲ, ਪੰਜਾਬ ਦੇ ਨਾਲ ਜਿਹੜੇ ਲੱਗਦੇ ਲਾਂਘੇ ਉਹ ਕਦੇ ਨਹੀਂ ਖੁੱਲ੍ਹਣਗੇ। ਆਰਥਿਕ ਤੌਰ ਤੇ ਸਾਨੂੰ ਬਹੁਤ ਫਾਇਦਾ ਹੋਊਗਾ ਜੇ ਉਹ ਲਾਂਘੇ ਖੁੱਲ੍ਹਦੇ ਕਿ ਸਾਡਾ ਮਾਲ ਉਧਰ ਵਿਕੇ, ਉਹਨਾਂ ਨੂੰ ਵੀ ਜ਼ਰੀਆ ਮਿਲੇ, ਕੋਈ ਉਹਨਾਂ ਦੀ ਵੀ ਮੰਡੀ ਮਿਲੇ, ਉਹਨਾਂ ਦਾ ਮਾਲ ਇੱਥੇ ਵਿਕੇ। ਸਾਡੇ ਅੱਗੇ ਤਾਂ ਨੈਰੇਟਿਵ ਇਹ ਰੱਖਿਆ ਜਾਂਦਾ ਨਾ ਕਿ ਪਾਕਿਸਤਾਨ ਦੀ ਜਿਹੜੀ ISI ਹੈ ਉਹ ਖਾਲਿਸਤਾਨ ਨੂੰ ਪ੍ਰਮੋਟ ਕਰਦੀ ਹੈ, ਅਸੀਂ ਉਹਨਾਂ ਨਾਲ ਕਿਉਂ ਲਾਂਘੇ ਖੋਲ੍ਹਣ ਬਾਰੇ ਗੱਲ ਕਰੀਏ? ਸਾਡੀ ਆਪਣੀ ਗਲਤੀ ਸੀਗੀਆਂ, ਗਲਤੀਆਂ ਦਾ ਫਾਇਦਾ ਉਹਨਾਂ ਨੇ ਲੈਣ ਦੀ ਕੋਸ਼ਿਸ਼ ਕੀਤੀ, ਖਾਲਿਸਤਾਨੀਆਂ ਨੂੰ ਹਥਿਆਰ ਦਿੱਤੇ, ਪੈਸੇ ਦਿੱਤੇ। ਜ਼ਮੀਨ ਦੇ ਤਾਂ ਮਿਸਟਰ ਬਾਜਵਾ ਖਾਲਿਸਤਾਨ ਦਾ ਕੋਈ ਜ਼ਿਕਰ ਨਹੀਂ ਹੈ ਪੰਜਾਬ ਦੇ ਵਿੱਚ। ਸਾਨੂੰ ਡਰਾਇਆ ਇਸ ਤਰੀਕੇ ਜਾਂਦਾ ਕਿ ਪਾਕਿਸਤਾਨ ਖਾਲਿਸਤਾਨ ਨੂੰ ਪ੍ਰਮੋਟ ਕਰਦਾ। ਕੋਸ਼ਿਸ਼ ਤਾਂ ਕਰਦੇ ਆ ਪੂਰੀ। ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ KP ਸਿੰਘ ਵਿਊ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ। ਅੱਜ ਸਾਡੇ ਨਾਲ ਜਿਹੜੀ ਸ਼ਖਸੀਅਤ ਮੌਜੂਦ ਹੈ ਉਹ ਮਿਲਟਰੀ ਹਿਸਟੋਰੀਅਨ ਦੇ ਤੌਰ ਤੇ ਜਾਣੇ ਜਾਂਦੇ ਆ, ਡਿਫੈਂਸ ਐਨਲਿਸਟ ਦੇ ਤੌਰ ਤੇ ਜਾਣੇ ਜਾਂਦੇ ਆ। ਉਹਨਾਂ ਦੇ ਬਹੁਤ ਵੱਡੇ ਵੱਡੇ ਆਰਟੀਕਲ ਜਿਨ੍ਹਾਂ ਵਿੱਚ ਬਹੁਤ ਵੱਡੀਆਂ ਜਾਣਕਾਰੀਆਂ ਹੁੰਦੀਆਂ ਉਹ ਤੁਸੀਂ ਲੀਡਿੰਗ ਇੰਗਲਿਸ਼ ਨਿਊਜ਼ਪੇਪਰਸ ਦੇ ਵਿੱਚ ਅਕਸਰ ਪੜ੍ਹਦੇ ਸੁਣਦੇ ਹੋਵੋਗੇ। ਤਕਰੀਬਨ 4 ਦਹਾਕਿਆਂ ਤੋਂ ਵੱਧ ਦਾ ਉਹਨਾਂ ਦਾ ਲਿਖਣ ਦਾ ਤਜਰਬਾ। ਜਾਣਾ ਚਾਹੁੰਦੇ ਸੀਗੇ ਆਰਮੀ ਦੇ ਵਿੱਚ, ਪਤਾ ਨਹੀਂ ਕਿਉਂ ਨਹੀਂ ਜਾ ਸਕੇ। ਪਿਤਾ ਸਰਹੱਦਾਂ ਤੇ ਸੇਵਾ ਕਰਦੇ ਰਹੇ, ਪਿਤਾ ਦੇ ਨਕਸ਼ੇ ਕਦਮਾਂ ਤੇ ਚੱਲਣਾ ਚਾਹੁੰਦੇ ਸੀਗੇ। ਉਹਨਾਂ ਦੀ ਲਿਖੀ ਕਿਤਾਬ ਆ ਜਿਹੜੀ ਉਹ ਅਧੂਰੀ ਪਈ, ਉਹ ਵੀ ਪੂਰੀ ਕਰਨੀ ਹੈ। ਆਪਦੀਆਂ ਕਿਤਾਬਾਂ ਵੀ ਲਿਖ ਰਹੇ ਆ ਉਹ, ਤੇ ਬਹੁਤ ਕੁਝ ਉਹਨਾਂ ਕੋਲੇ ਲੁਕਿਆ ਹੋਇਆ, ਉਸ ਨੂੰ ਖੰਗਾਲਣ ਦੀ ਕੋਸ਼ਿਸ਼ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ। ਕਾਂਗਰਸ ਉਹਨਾਂ ਨੇ ਕਿਉਂ ਜੁਆਇਨ ਕਰ ਲਈ, ਸਰਪੰਚ ਕਿਉਂ ਬਣ ਗਏ, ਸਾਰੇ ਸਵਾਲ ਉਹਨਾਂ ਨੂੰ ਹੋਣਗੇ। ਮੇਰੀ ਮੁਰਾਦ ਹੈ ਮਨਦੀਪ ਸਿੰਘ ਬਾਜਵਾ। ਬਾਜਵਾ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸੱਦਣ ਵਾਸਤੇ ਸ਼ੁਕਰੀਆ। ਕੀ ਹਾਲ ਚਾਲ ਤੁਹਾਡਾ? ਬਹੁਤ ਵਧੀਆ ਜੀ, ਚੜ੍ਹਦੀ ਕਲਾ। ਮਨਦੀਪ ਸਿੰਘ ਬਾਜਵਾ, ਤੁਹਾਨੂੰ ਕਿੱਥੋਂ ਸ਼ੁਰੂ ਕਰਾਂ ਮੈਂ? ਤੁਸੀਂ ਜੈ ਜਵਾਨ ਤੇ ਜੈ ਕਿਸਾਨ ਦਾ ਜਿਹੜਾ ਨਾਰਾ ਮੇਰਾ ਖਿਆਲ ਉਹਨੂੰ ਪ੍ਰਣਾਏ ਹੋਏ ਹੋ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਅਸੀਂ ਛੋਟੇ ਜਿਹੇ ਸੀਗੇ, ਮੇਰੇ ਖਿਆਲ ਮੈਂ ਉਦੋਂ 7 ਸਾਲ ਦਾ ਸੀਗਾ ਜਦੋਂ ਇਹ ਨਾਰਾ ਸ਼ਾਸਤਰੀ ਜੀ ਨੇ ਦਿੱਤਾ, ਔਰ ਇਹ ਬੱਚੇ ਦੇ ਮੂੰਹ 'ਤੇ ਹੁੰਦਾ ਸੀਗਾ, ਔਰ ਸਾਰਾ ਦੇਸ਼ ਇਸ ਨਾਰੇ ਨਾਲ ਗੂੰਜਦਾ ਸੀਗਾ। ਔਰ ਤੁਸੀਂ ਦੇਖੋ ਸਾਰੇ ਟਰੱਕ ਟਰਾਲੀਆਂ ਹੋਰ ਪਾਸੇ ਜੇ ਸਾਈਨ ਬੋਰਡ ਉੱਥੇ ਜੈ ਜਵਾਨ ਹੀ ਨਹੀਂ ਲਿਖਿਆ ਹੁੰਦਾ ਸੀਗਾ, ਇੱਕ ਜਵਾਨ ਅਤੇ ਇੱਕ ਕਿਸਾਨ ਦਾ ਦੀ ਇਮੇਜਰੀ ਹੁੰਦੀ ਸੀ। ਔਰ ਬੜੀ ਇੱਕ ਦੂਰ ਦ੍ਰਿਸ਼ਟੀ ਨਾਲ ਸ਼ਾਸਤਰੀ ਨੇ ਇਹ ਨਾਰਾ ਦਿੱਤਾ ਸੀਗਾ ਕਿ ਵੀ ਇਹ ਜਵਾਨ ਜਿਹੜੇ ਨੇ ਉਹ ਦੇਖਦੇ ਸੀ ਕਿ ਵੀ ਇਹ ਹਮਲੇ ਹੋਣਗੇ ਮੁਲਕ ਦੇ ਉੱਤੇ ਅਤੇ ਜਵਾਨ ਦੇਸ਼ ਦੀ ਰੱਖਿਆ ਕਰਨਗੇ। ਔਰ ਉਦੋਂ ਇਹ ਬੜਾ ਵੱਡਾ ਉਦਮ ਸੀਗਾ ਹਰਿਤ ਕ੍ਰਾਂਤੀ ਵੱਲ, ਔਰ ਉਹਨਾਂ ਨੂੰ ਪੂਰਾ ਵਿਸ਼ਵਾਸ ਸੀਗਾ ਕਿ ਜਿਹੜੇ ਕਿਸਾਨ ਇਹ ਚੈਲੰਜ ਨੂੰ ਸਵੀਕਾਰ ਕਰਕੇ ਅਤੇ ਨਵੇਂ ਬੀਜ, ਨਵੇਂ ਤਕਨੀਕ, ਟਰੈਕਟਰ, ਹੋਰ ਹਰ ਕਿਸਮ ਦੇ ਵਸੀਲੇ, ਨਵੀਂ ਜਿਹੜੀ ਇੱਕ ਸਿੱਖਿਆ ਐਕਸਟੈਂਸ਼ਨ ਐਜੂਕੇਸ਼ਨ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਦੇ ਰਹੀ ਸੀਗੀ, ਉਹਨਾਂ ਸਾਰਿਆਂ ਨੂੰ ਵਰਤ ਕੇ ਅਤੇ ਹਿੰਦੁਸਤਾਨ ਨੂੰ ਇੱਕ ਫੂਡ ਸਰਪਲਸ ਮੁਲਕ ਬਣਾਉਣਗੇ। ਨਹੀਂ ਤਾਂ ਉਦੋਂ ਤੱਕ ਬਸ PL 480 ਦੇ ਸਹਾਰੇ ਅਸੀਂ ਰਹਿੰਦੇ ਸੀਗੇ, ਔਰ ਅਮਰੀਕਾ ਤੋਂ ਕਣਕ ਆਉਂਦੀ ਸੀਗੀ ਅਤੇ ਫਿਰ ਮੁਲਕ ਖਾਂਦਾ ਸੀਗਾ। ਮਗਰ ਕਿਸਾਨ ਉਸ ਚੈਲੰਜ ਦੇ ਪੂਰੇ ਉਤਰੇ। ਸੰਨ 71 'ਚ ਜਵਾਨ ਪੂਰੇ ਚੈਲੰਜ ਪੂਰੇ ਉਤਰੇ, ਔਰ 1000 ਸਾਲਾਂ ਬਾਅਦ ਇੱਕ ਰਣਨੀਤਿਕ ਜਿੱਤ ਇਸ ਮੁਲਕ ਨੂੰ ਪ੍ਰਾਪਤ ਹੋਈ। ਮਨਦੀਪ ਸਿੰਘ ਬਾਜਵਾ, ਮੈਂ ਸਿੱਧਾ ਹੁਣ ਵਿਊ ਪੁਆਇੰਟ 'ਤੇ ਆ ਰਿਹਾ। ਮਨਦੀਪ ਸਿੰਘ ਬਾਜਵਾ ਜਵਾਨ ਬਣਨਾ ਚਾਹੁੰਦੇ ਸੀਗੇ, ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਸੀਗੇ, ਉਹਨਾਂ ਨੂੰ ਕਿਸਾਨੀ ਵੀ ਕਰਨੀ ਪਈ, ਖੇਤੀ ਕਰਨੀ ਪਈ।
ਮੇਰਾ ਸਵਾਲ ਬੜਾ ਸਿੱਧਾ ਹੈ ਮਨਦੀਪ ਬਾਜਵਾ, ਅਫਸੋਸ ਹੁੰਦਾ ਕਿ ਤੁਸੀਂ ਦੇਸ਼ ਦੀ ਸੇਵਾ ਨਹੀਂ ਕਰ ਸਕੇ? ਇਹ ਬਿਲਕੁਲ ਹੁੰਦਾ। ਮੇਰੀ ਥੋੜ੍ਹੀ ਕੁਛ ਅੱਖਾਂ ਦੀ ਤਕਲੀਫ ਸੀਗੀ, ਇਸ ਕਰਕੇ ਮੈਂ ਫੌਜ 'ਚ ਨਹੀਂ ਜਾ ਸਕਿਆ। ਮੈਨੂੰ ਹਾਲੇ ਵੀ ਬੜੀ ਬਹੁਤ ਤਕਲੀਫ ਹੁੰਦੀ ਇਸ ਗੱਲ 'ਤੇ, ਮਗਰ ਜ਼ਿੰਦਗੀ ਦਾ ਫਿਰ ਜਿਹੜਾ ਮਕਸਦ ਇਹੀ ਹੁੰਦਾ ਕਿ ਤੁਸੀਂ ਅਗਾਂਹ ਵਧੋ, ਨਾ ਕਿ ਪਿੱਛੇ ਵੇਖੋ। ਸੋ ਅਗਾਂਹ ਹੀ ਵੱਧਦਾ ਰਿਹਾ। ਔਰ ਬਾਕੀ ਜਿਹੜਾ ਫੌਜ ਦੇ ਬਾਰੇ 'ਚ ਲਿਖਣਾ, ਪੜ੍ਹਨਾ, ਰਿਸਰਚ ਕਰਨਾ, ਉਹਦੇ ਵਿੱਚ ਵੀ ਸਮਝ ਲਓ ਮੈਂ ਇੱਕ ਜਿਹੜੀ ਉਹ ਆਪਣੀ ਜਿਹੜੀ ਇੱਕ ਇੱਛਾ ਸੀਗੀ, ਸਾਡੀ ਬਚਪਨ ਦੀ ਇੱਛਾ ਸੀਗੀ, ਉਹ ਪੂਰੀ ਕਰ ਰਿਹਾ। ਸੋ ਅਫਸੋਸ ਮਤਲਬ ਕਿਸ ਹੱਦ ਤੱਕ ਹੀ ਹੈ, ਮਗਰ ਮੇਰਾ ਹਮੇਸ਼ਾ ਇਹ ਸੋਚਣਾ ਰਿਹਾ ਕਿ ਵੀ ਅੱਗੇ ਵਧੋ। ਸੋ ਅੱਗੇ ਵਧਦੇ ਰਹੇ, ਕੰਮ ਕਰਦੇ ਰਹੇ। ਫਾਦਰ ਦੀ ਲੈਗਸੀ ਨੂੰ ਅੱਗੇ ਵਧਾਉਣਾ ਚਾਹ ਰਹੇ ਸੀਗੇ? ਬਿਲਕੁਲ ਬਿਲਕੁਲ, ਉਹਨਾਂ ਦੇ ਨਕਸ਼ੇ ਕਦਮ ਚੱਲਣਾ ਚਾਹੁੰਦਾ ਸੀਗਾ। ਉਹਨਾਂ ਤੋਂ ਪ੍ਰੇਰਿਤ ਹੋ ਕੇ ਮੈਂ ਫੌਜ 'ਚ ਜਾਣਾ ਚਾਹੁੰਦਾ ਸੀਗਾ। ਔਰ ਮੈਂ ਪੜ੍ਹਦਾ ਸੀਗਾ ਸਾਰੀਆਂ ਕਿਤਾਬਾਂ, ਉਹ 'ਚ ਮੈਨੂੰ ਗਿਆਨ ਮਿਲਿਆ ਅਤੇ ਮੈਂ ਮੈਨੂੰ ਇਹ ਸਿੱਖਿਆ ਮਿਲੀ ਕਿ ਵੀ ਇਹ ਜਿਹੜਾ ਕੰਮ ਹੈ ਇਹ ਬੜਾ ਇੱਕ ਯੋਗ ਕੰਮ ਹੈ, ਅੱਗੇ ਪੁੰਨ ਦਾ ਵੀ ਕੰਮ ਸਮਝ ਲਓ। ਅਤੇ ਮੈਂ ਫੌਜੀ ਬਣਨਾ ਚਾਹੁੰਦਾ ਸੀਗਾ, ਪਰ ਚਲੋ ਹੁਣ ਦੂਜੇ ਪਾਸੇ ਚਲੇ ਹਾਂ। ਪਰ ਮਤਲਬ ਉਸ ਤਰ੍ਹਾਂ ਕੋਈ ਅਫਸੋਸ ਨਹੀਂ ਕਿ ਵੀ ਉਹ ਗੱਲ ਨਹੀਂ ਬਣ ਸਕੀ। ਪਿਤਾ ਮੇਜਰ ਰਿਟਾਇਰ ਹੋਏ ਸੀਗੇ? ਮੇਜਰ ਜਨਰਲ ਹਾਂਜੀ, ਕੁਲਦੀਪ ਸਿੰਘ ਬਾਜਵਾ ਜੀ। ਅਤੇ ਉਹਨਾਂ ਨੇ ਤਾਂ ਇੱਕ ਘਰੇ, ਜੋ ਸਾਡੇ ਕੋਲ ਜਾਣਕਾਰੀ, ਇੱਕ ਲਾਇਬ੍ਰੇਰੀ ਬਣਾਈ ਹੋਈ ਸੀ। ਹਾਂਜੀ ਬਿਲਕੁਲ, ਉਹਨਾਂ ਦੀ ਮੈਂ ਸ਼ੁਰੂ ਆਪਣਾ 8-9 ਸਾਲ ਦੀ ਉਮਰ 'ਚ ਮੈਂ ਉਹਨਾਂ ਦੀ ਕਿਤਾਬਾਂ ਪੜ੍ਹ ਕੇ ਅਤੇ ਮੈਂ ਗਿਆਨ ਪ੍ਰਾਪਤ ਕੀਤਾ। ਉੱਥੋਂ ਪ੍ਰੇਰਨਾ ਵੀ ਮਿਲੀ ਮੈਨੂੰ। ਹੁਣ ਮੇਰੀ ਆਪਣੀ ਕੋਈ 3,000 ਕਿਤਾਬਾਂ ਦੀ ਲਾਇਬ੍ਰੇਰੀ ਹੈਗੀ ਹੈ। ਹਰ ਮਹੀਨੇ ਮੈਂ 5-6 ਕਿਤਾਬਾਂ ਹੋਰ ਕਰਦਾ। ਬਹੁਤ ਸਾਰੀ ਕਿਤਾਬਾਂ ਮੈਂ ਹੁਣ ਆਪਣਾ ਕਿੰਡਲ ਜਾਂ ਆਪਣਾ ਲੈਪਟਾਪ 'ਤੇ ਜਾਂ ਫੋਨ ਦੇ ਜ਼ਰੀਏ ਵੀ ਮੈਂ ਪੜ੍ਹਦਾ, ਕਿਉਂਕਿ ਆਪਣਾ ਇੱਕ ਸੌਖਾ ਜ਼ਰੀਆ ਹੈਗਾ। ਮਗਰ ਪੜ੍ਹਨਾ ਮੈਂ ਕਦੀ ਛੱਡਿਆ ਨਹੀਂ। ਤੁਹਾਡੀ ਜਿਹੜੇ ਤੁਸੀਂ ਆਰਮੀ ਦੇ ਵਿੱਚ ਜਾਣਾ ਚਾਹੁੰਦੇ ਸੀਗੇ, ਦੇਸ਼ ਦੀ ਸੇਵਾ ਕਰਨਾ ਚਾਹੁੰਦੇ, ਸਰਹੱਦਾਂ ਦੀ ਸੇਵਾ ਕਰਨਾ ਚਾਹੁੰਦੇ ਸੀਗੇ, ਉੱਥੇ ਤੁਹਾਡੀਆਂ ਅੱਖਾਂ ਦੇ ਵਿੱਚ ਤਕਲੀਫ ਕਾਰਨ ਤੁਹਾਨੂੰ ਉਹ ਮੌਕਾ ਨਹੀਂ ਮਿਲਿਆਗਾ। ਜੀ। ਤੇ ਉਹਨਾਂ ਅੱਖਾਂ ਨੂੰ ਤੁਸੀਂ ਇੰਨੀ ਤਕਲੀਫ ਦੇ ਰਹੇ ਹੋ, ਇੰਨਾ ਪੜ੍ਹਦੇ ਹੋ ਤੁਸੀਂ? ਨਹੀਂ, ਉਹ ਦੂਰ ਦੀ ਨਜ਼ਰ ਥੋੜ੍ਹੀ ਜਿਹੀ ਕਮਜ਼ੋਰ ਸੀਗੀ। ਕੁਛ ਥੋੜ੍ਹੀ ਜਿਹੀ ਮਾਰਜਿਨ ਤੋਂ ਥੋੜ੍ਹੀ ਜਿਹੀ ਜਿਹੜਾ ਹੱਦ ਰੱਖੀ ਸੀ ਉਹ ਤੋਂ ਥੋੜ੍ਹੀ ਜਿਹੀ ਘੱਟ ਸੀਗੀ, ਉਹ ਇਸ ਕਰਕੇ ਉਹ ਨਹੀਂ ਹੋ ਸਕਿਆ। ਅਤੇ ਚਲੋ ਬਸ ਇਸ ਤਰ੍ਹਾਂ ਹੀ ਰੱਬ ਦਾ ਭਾਣਾ ਹੈ ਤਾਂ ਮੰਨਣਾ ਪੈਂਦਾ। ਇੱਕ ਹੋਰ ਮੈਨੂੰ ਤੁਹਾਡੇ ਬਾਰੇ ਜਾਣਕਾਰੀ ਮਿਲੀ ਹੈ, ਤੁਸੀਂ ਪ੍ਰੈਡਿਕਸ਼ਨ ਬੜੀ ਵਧੀਆ ਕਰਦੇ ਹੋ। ਤੁਸੀਂ ਪਾਕਿਸਤਾਨ ਬਾਰੇ ਪ੍ਰੈਡਿਕਸ਼ਨ ਕਰਤੀ ਸੀ, ਜਨਰਲ ਪਰਵੇਜ਼ ਮੁਸ਼ਰਫ ਬਾਰੇ, ਅਤੇ ਹੁਣ ਜਿਹੜਾ ਤੁਸੀਂ ਉਹਨਾਂ ਦੇ ਫੌਜ ਮੁਖੀ ਉਹਦੇ ਬਾਰੇ ਪ੍ਰੈਡਿਕਸ਼ਨ ਕਰਤੀ ਸੀ। ਉਹ ਗੱਲ ਇਹ ਹੈ ਜੀ ਕਿ ਇਹ ਤਾਂ ਨਹੀਂ ਮੈਂ ਕਹਾਂਗਾ ਕਿ ਤੁੱਕਾ ਲੱਗਿਆ, ਅਤੇ ਕਿਉਂਕਿ ਕਾਫੀ ਉਹਦੇ 'ਚ ਰਿਸਰਚ ਹੋਇਆ ਬੜਾ ਕਰਕੇ। ਮੈਂ ਪਾਕਿਸਤਾਨ ਨੂੰ ਸਟੱਡੀ ਕਰਦਾ, ਮਗਰ ਇੱਕ ਪ੍ਰੈਡਿਕਟੇਬਿਲਿਟੀ ਹੈਗੀ ਪਾਕਿਸਤਾਨ ਦੇ ਫੌਜੀ ਹੁਕਮਰਾਨ ਅਤੇ ਜਿਹੜੇ ਉਹਨਾਂ ਦੇ ਸਿਆਸੀ ਆਗੂ ਨੇ, ਉਹਨਾਂ ਬਾਰੇ ਇੱਕ ਸਹੀ ਜੀ ਇੱਕ ਪ੍ਰੈਡਿਕਟੇਬਿਲਿਟੀ ਹੈਗੀ ਆ। ਉਸ ਪ੍ਰੈਡਿਕਟੇਬਿਲਿਟੀ ਦੇ ਹਿਸਾਬ ਨਾਲ ਲਾਉਂਦੇ ਮੈਂ ਉਹ ਆਪ ਪ੍ਰੈਡਿਕਸ਼ਨ ਵਗੈਰਾ ਕੀਤੀ ਸੀਗੀਆਂ। ਅਤੇ ਉਦੋਂ ਪਰਵੇਜ਼ ਮੁਸ਼ਰਫ ਜਦੋਂ ਫੌਜ ਦਾ ਮੁਖੀ ਬਣਿਆ ਅਤੇ ਉਦੋਂ ਨਵਾਜ਼ ਸ਼ਰੀਫ ਪ੍ਰਧਾਨ ਮੰਤਰੀ ਸੀਗਾ, ਅਤੇ ਮੈਂ ਉਦੋਂ ਅੰਦਾਜ਼ਾ ਲਾਇਆ ਸੀ ਕਿ ਵੀ ਨਵਾਜ਼ ਸ਼ਰੀਫ ਬੜਾ ਇੱਕ ਸ਼ਰੂੜ ਬੰਦਾ ਹੈ। ਉਹ ਜਿਹੜੀ ਫੌਜ ਦੀ ਲੀਡਰਸ਼ਿਪ ਹੈ ਨਾ, ਉਹਨਾਂ ਨੂੰ ਜਿਹੜਾ ਨਾ ਵੰਡ ਕੇ ਖੁਸ਼ ਹੈ। ਸੋ ਉਹ ਹੀ ਉਹਨੇ ਕੀਤਾ ਕਿ ਉਹ ਸਾਰੇ ਕੋਸ਼ਿਸ਼ ਕਰ ਰਹੇ ਸੀਗੇ, 4-5 ਸੀਗੇ, ਅਲੀ ਕੁਲੀ ਖਾਨ, 1-2 ਹੋਰ ਵਗੈਰਾ, ਅਤੇ ਮੁਸ਼ਰਫ ਦੇ ਮੈਂ ਚੌਥੇ ਨੰਬਰ 'ਤੇ ਆਉਂਦਾ ਸੀਗਾ। ਅਤੇ ਉਹਨਾਂ ਨੂੰ ਦੋਨੋਂ ਸਾਰਿਆਂ ਨੂੰ ਇੱਕ ਦੂਜੇ ਦੇ ਗਲਿਆਂ ਉਹ ਉੱਥੇ ਦੇਵਰ ਐਟ ਈਚ ਅਦਰ ਥਰੋਟਸ, ਜਿਹੋ ਜਿਹਾ ਮਾਹੌਲ ਨੇ ਬਣਾ ਲਿਆ ਸੀ ਨਵਾਜ਼ ਸ਼ਰੀਫ ਨੇ। ਔਰ ਜਿਹੜਾ ਅਲੀ ਕੁਲੀ ਖਾਨ ਸੀ ਸਭ ਤੋਂ ਸੀਨੀਅਰ ਜਿਹੜਾ ਸੀਗਾ, ਉਹ ਤਾਂ ਸਗੋਂ ਇਹਦਾ ਆਪਣਾ ਜਿਹੜਾ ਇਹਦਾ ਵਿਦੇਸ਼ ਮੰਤਰੀ ਸੀਗਾ ਨਵਾਜ਼ ਸ਼ਰੀਫ ਦਾ, ਉਹਦਾ ਸਕਾ ਸਾਲਾ ਸੀਗਾ। ਮਗਰ ਉਹਨੂੰ ਨਜ਼ਰਅੰਦਾਜ਼ ਕਰਕੇ ਅਤੇ ਚੌਥੇ ਨੰਬਰ 'ਤੇ ਪਰਵੇਜ਼ ਮੁਸ਼ਰਫ ਨੂੰ ਲੈ ਕੇ ਆਇਆ। ਪਰਵੇਜ਼ ਮੁਸ਼ਰਫ ਨੇ ਵੀ ਆਪਣੀ ਛੜਯੰਤਰ ਖੇਡਿਆ। ਉਹਨੇ ਵੀ ਜਿਹੜੇ ਬੰਦੇ ਕੁਛ ਵਿੱਚ ਪਾਏ ਜਿਹੜੇ ਨਵਾਜ਼ ਸ਼ਰੀਫ ਨੂੰ ਜਾਣਦੇ ਸੀਗੇ, ਔਰ ਨਵਾਜ਼ ਸ਼ਰੀਫ ਨੂੰ ਇਹ ਬੜੀ ਇਹਨੇ ਆਪਣੇ ਇੱਕ ਭਰੋਸਾ ਦਿੱਤਾ ਕਿ ਮੈਂ ਤੇਰਾ ਬੰਦਾ ਬਣ ਕੇ ਰਹਾਂਗਾ। ਲੌਬਿੰਗ ਕੀਤੀ ਸੀ, ਪੂਰੀ ਲੌਬਿੰਗ ਕੀਤੀ। ਉਹ ਤਾਂ ਬੜੇ ਉਹ ਜਿਹੜਾ ਇੱਕ ਹੋਰ ਵੀ ਜਿਹੜਾ ਰਹਿ ਗਿਆ ਸੀਗਾ, ਉਹ ਬਾਅਦ 'ਚ ਨਵਾਜ਼ ਸ਼ਰੀਫ ਨੇ ਪਰਵੇਜ਼ ਮੁਸ਼ਰਫ ਥਾਂ 'ਤੇ ਬਣਾਤਾ ਸੀਗਾ ਜ਼ਿਆਉਦੀਨ। ਉਹਨੇ ਨਾਂ ਦੱਸਿਆ ਕਿ ਜਿਹੜੇ ਲੋਕ ਇਹਨੇ ਵਿੱਚ ਪਾਏ ਸੀਗੇ ਲੌਬਿੰਗ ਕਰਨ ਵਾਸਤੇ। ਔਰ ਉਹਦਾ ਹਮੇਸ਼ਾ ਹੀ ਉਹ ਕਹਿੰਦਾ ਰਿਹਾ ਕਿ ਜੀ ਮੈਂ ਤਾਂ ਤੇਰਾ ਬੰਦਾ ਬਣ ਕੇ ਰਿਹਾ। ਮਗਰ ਪਾਕਿਸਤਾਨ ਦਾ ਫੌਜੀ ਮੁਖੀ ਜਿਹੜਾ ਹੈ ਨਾ, ਉਹ ਇੱਕ ਵਾਰੀ ਕੁਰਸੀ 'ਤੇ ਕਾਬਿਜ਼ ਹੋ ਜਾਏ, ਫਿਰ ਉਹ ਕਿਸੇ ਦਾ ਬੰਦਾ ਨਹੀਂ ਰਹਿੰਦਾ। ਫਿਰ ਉਹਦੀ ਆਪਣੀ ਤਾਕਤ ਆ ਜਾਂਦੀ ਸਾਹਮਣੇ,
ਫਿਰ ਤਾਂ ਪ੍ਰਧਾਨ ਮੰਤਰੀ ਸਰਕਾਰਾਂ ਪਲਟ ਸਕਦਾ, ਪ੍ਰਧਾਨ ਮੰਤਰੀ ਇਹਨੂੰ ਨਜ਼ਰਅੰਦਾਜ਼ ਕਰ ਸਕਦਾ। ਸੋ ਇਹ ਗੱਲ ਹੈ। ਤੇ ਹੋਣ ਵਾਲੇ ਫੌਜ ਮੁਖੀ ਦੀ ਪ੍ਰੈਡਿਕਸ਼ਨ ਕੀਤੀ ਸੀ? ਹਾਂ, ਉਹ ਵੀ ਮੈਨੂੰ ਇਹ ਹਿਸਾਬ ਸੀਗਾ ਕਿ ਵੀ ਇਹ ਜ਼ਿਆਦਾ ਉਹਨੂੰ ਫਿੱਟ ਬੈਠੇਗਾ। ਆਪਣਾ ਨਵਾਜ਼ ਸ਼ਰੀਫ ਦਾ ਵੀ ਤਾਂ ਵਿੱਚ ਕਿਰਦਾਰ ਤਾਂ ਹੈ ਹੀ ਹੈ ਨਾ ਆਖਰ, ਅਤੇ ਕਿਉਂਕਿ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦਾ ਵੱਡਾ ਭਰਾ ਹੀ ਹੈ, ਤਾਂ ਉਹਨਾਂ ਦੋਨਾਂ ਰਲ ਮਿਲ ਕੇ ਕੀਤਾ। ਉਹਨਾਂ ਨੇ ਇਹ ਹਿਸਾਬ ਲਾਇਆ ਕਿ ਇਹ ਸਾਨੂੰ ਠੀਕ ਰਹੇਗਾ, ਅਤੇ ਉਹਦੇ ਕਰਕੇ। ਮਗਰ ਇਹ ਤਾਂ ਇੱਕ ਵਾਰੀ ਬਣ ਗਿਆ, ਹੁਣ ਤਾਂ ਫਿਰ ਉਹ ਆਪੇ ਆਪਣੇ ਹਿਸਾਬ ਨਾਲ ਹੀ ਚੱਲਣਾ ਉਹਨੇ। ਤੇ ਬਾਜਵਾ ਸਾਹਿਬ ਨੇ ਕਮਰ ਜਵੇਦ ਬਾਜਵਾ ਦੀ ਪ੍ਰੈਡਿਕਸ਼ਨ ਨਹੀਂ ਕੀਤੀ ਸੀ? ਨਹੀਂ, ਮੈਨੂੰ ਸੀਗਾ ਖਿਆਲ ਕਿ ਵੀ ਉਹ, ਹਾਂ, ਉਹ ਵੀ ਸਹੀ ਸੀਗਾ, ਪਰ ਇਹ ਸਭ ਤੋਂ ਸੀਨੀਅਰ ਮੋਸਟ ਸੀਗਾ। ਸੋ ਅਤੇ ਔਰ ਉਹਦਾ ਸਮਝ ਲਓ ਸਾਡੇ ਹਿਸਾਬ ਨਾਲ ਤਾਂ ਜਾਇਜ਼ ਸੀਗਾ, ਲਾਇਕ ਸੀਗਾ ਵਗੈਰਾ, ਅਤੇ ਮੈਨੂੰ ਇਹ ਖਿਆਲ ਸੀ ਕਿ ਇਹ ਬਣ ਜਾਏਗਾ ਜ਼ਰੂਰ, ਔਰ ਉਹ ਬਣ ਗਿਆ। ਅਤੇ ਉਹ ਤੋਂ ਬਾਅਦ ਫਿਰ ਆਪਣਾ ਇਹਨੇ ਆਪਣੀ ਨੌਕਰੀ ਵੀ ਵਧਾ ਲਈ। ਅਖੀਰ 'ਚ ਜਾ ਕੇ ਫਿਰ ਉਹ ਚਾਹੁੰਦਾ ਸੀ ਕਿ ਮੈਂ ਕੁਛ ਹੋਰ ਮੇਰੇ 3 ਸਾਲ ਮਿਲ ਜਾਣ ਵਗੈਰਾ, ਉਹ ਨਹੀਂ ਮਿਲੇ। ਹੁਣ ਉਹ ਫਿਰ ਬਸ ਉਹ ਗੁਮਨਾਮੀ ਦੀ ਜ਼ਿੰਦਗੀ 'ਚ ਫਿਰ ਵਾਪਸ ਚਲਾ ਗਿਆ। ਅਤੇ ਇੱਕ ਵਾਰੀ ਉਹ ਲੱਥ ਜਾਣ ਫਿਰ ਉਹਨਾਂ ਦਾ ਕੁਛ ਨਹੀਂ ਬਣਦਾ। ਉਹ ਮਿਰਜ਼ਾ ਅਸਲਮ ਬੇਗ ਜਿਹੜਾ ਉਹਦਾ ਜਾਨਨਸ਼ੀਨ ਸੀਗਾ ਜਾਂ ਜ਼ਿਆ ਉਲ ਹੱਕ ਦਾ, ਅਤੇ ਉਹਨੇ ਪਾਰਟੀ ਖੜੀ ਕੀਤੀ ਅਵਾਮੀ ਕਿਆਦਤ ਪਾਰਟੀ, ਅਤੇ ਉਹਦਾ ਕੋਈ ਸਿਰ ਪੈਰ ਨਹੀਂ, ਕੋਈ ਉਹਦਾ ਤਾਂ ਮੈਂ ਖਿਆਲ ਕੁਛ ਬੜੇ ਦਾ ਬਣਿਆ ਨਹੀਂ। ਅਖੀਰ 'ਚ ਉਹ ਵੀ ਛੱਡ ਕੇ ਅਤੇ ਬਸ ਹੁਣ ਘਰ ਬੈਠਾ। ਸੋ ਇੱਕ ਵਾਰੀ ਲੱਤ ਜਾਣ ਫਿਰ ਉਹਨਾਂ ਦਾ ਕੁਛ ਨਹੀਂ ਰਹਿੰਦਾ। ਚਲੋ ਮੈਂ ਇੱਕ ਛੋਟਾ ਜਿਹਾ ਵਕਫਾ ਲੈ ਲਵਾਂ? ਜ਼ਰੂਰ, ਇੱਕ ਛੋਟਾ ਜਿਹਾ ਵਕਫਾ ਲਵਾਂਗੇ। ਵਕਫੇ ਤੋਂ ਵਾਪਸ ਆਵਾਂ ਕਿ ਮਨਦੀਪ ਸਿੰਘ ਬਾਜਵਾ ਨੂੰ ਕੁਝ ਸ਼ੌਂਕ ਵੀ ਹੈਗੇ ਆ। ਇਹ ਲਿਖਣ ਦਾ ਸ਼ੌਂਕ ਹੈ, ਇਹਨਾਂ ਨੂੰ ਪੜ੍ਹਨ ਦਾ ਸ਼ੌਂਕ ਹੈ, ਅਤੇ ਖਾਣ ਪੀਣ ਦਾ ਸ਼ੌਂਕ ਵੀ ਹੈਗਾ। ਉਹ ਕਿਉਂ ਹੈ? ਦਿਖਾਉਂਦੇ ਜ਼ਿਆਦਾ ਜਾਂ ਖਾਂਦੇ ਜ਼ਿਆਦਾ? ਵਾਪਸ ਆ ਰਹੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਮਨਦੀਪ ਸਿੰਘ ਬਾਜਵਾ, ਮੈਂ ਕੁਝ ਹਲਕੀਆਂ ਫੁਲਕੀਆਂ ਗੱਲਾਂ ਵੀ ਕਰੂੰਗਾ ਤੁਹਾਡੇ ਨਾਲ। ਤੁਸੀਂ ਬੜੀਆਂ ਹਲਕੀਆਂ ਫੁਲਕੀਆਂ ਪੋਸਟ ਵੀ ਪਾਉਂਦੇ ਹੋ ਟਵਿੱਟਰ 'ਤੇ ਜਾਂ ਫੇਸਬੁੱਕ 'ਤੇ, ਅਤੇ ਉਹਦੇ ਵਿੱਚ ਬਹੁਤੀਆਂ ਪੋਸਟ ਇਹੋ ਜਿਹੀਆਂ ਹੁੰਦੀਆਂ ਕਿ ਤੁਹਾਡੇ ਅੱਗੇ ਖਾਣੇ ਦੀ ਥਾਲੀ ਪਈ ਹੁੰਦੀ ਹੈ, ਅਤੇ ਖਾਂਦੇ ਜ਼ਿਆਦਾ ਜਾਂ ਦਿਖਾਉਂਦੇ ਜ਼ਿਆਦਾ? ਨਹੀਂ, ਉਹ ਖਾਣਾ ਜਿਹੜਾ ਮੈਂ ਰੱਖਦਾ ਸਾਹਮਣੇ ਉਹ ਤਾਂ ਕੋਈ ਖਾਸ ਜ਼ਿਆਦਾ ਨਹੀਂ ਹੁੰਦਾ, ਉਹ ਤਾਂ ਬੜਾ ਥੋੜ੍ਹਾ ਹੀ ਹੁੰਦਾ। ਅਤੇ ਹੁਣ ਤਾਂ ਮੈਂ ਥੋੜ੍ਹਾ ਸੀਮਿਤ ਕਿਸਮ ਦਾ ਖਾਣਾ ਖਾਂਦਾ, ਕਿਉਂਕਿ ਘੱਟ ਸਿੰਘ ਠੀਕ ਹੈ, ਜਵਾਨੀ 'ਚ ਬਥੇਰਾ ਖਾਂਦੇ ਰਹੇ ਹਾਂ ਕਰਕੇ। ਅਤੇ ਉਹ ਚਲੋ ਉਹ ਇੱਕ ਕਿਉਂਕਿ ਨਾ ਤੁਸੀਂ ਲੜਾਈ ਦੇ ਬਾਰੇ 'ਚ, ਜੰਗਾਂ ਦੇ ਬਾਰੇ 'ਚ, ਮੌਤ, ਮਰਨਾ, ਮਰਾਉਣਾ, ਖੂਨ, ਇਹ ਉਹ ਹਮੇਸ਼ਾ ਪੜ੍ਹਦੇ ਰਹੋ, ਕਰਦੇ ਰਹੋ, ਅਤੇ ਫਿਰ ਉਹ ਇੱਕ ਬੰਦੇ ਦੇ ਵਿੱਚ ਇੱਕ ਕੁਛ ਕੀ ਕਹਾਂ, ਕੋਈ ਇੱਕ ਕੰਪਲੈਕਸ ਜਿਹਾ ਪੈਦਾ ਹੋ ਜਾਂਦਾ ਹੈ। ਸੋ ਮੈਂ ਕੋਸ਼ਿਸ਼ ਕਰਦਾ ਰਹਿੰਦਾ ਕਿ ਮਿਊਜ਼ਿਕ ਸੁਣਾ, ਕੋਈ ਹੋਰ ਮਜ਼ਾਕੀਆ ਕੋਈ ਕਿਤਾਬਾਂ ਪੜ੍ਹਾਂ, ਕਿ ਹੋਰ ਇਸ ਤਰ੍ਹਾਂ ਦੇ ਕੁਛ ਮਨ ਆਪਣਾ ਬਹਿਲਾਉਣ ਵਾਸਤੇ ਇਹ ਲੜਾਈਆਂ ਵਗੈਰਾ ਤੋਂ, ਕਿਉਂਕਿ ਅਖੀਰ 'ਚ ਜਾ ਕੇ ਨਾ ਉਹ ਬੰਦਾ ਉਹ ਸਹਿ ਨਹੀਂ ਸਕਦਾ ਕਿ ਹਮੇਸ਼ਾ ਲੜਾਈ ਅਤੇ ਮਰਨਾ ਮਰਾਉਣ ਦੇ ਬਾਰੇ ਜ਼ਿਕਰ ਕਰੋ। ਸੋ ਇਹ ਫਿਰ ਹਲਕੀ ਫੁਲਕੀਆਂ ਪੋਸਟਾਂ ਤਾਂ ਫਿਰ ਤਾਂ ਲਾਜ਼ਮੀ ਨੇ ਕਿ ਵੀ ਮੈਂ ਬੜੇ ਸਾਲਾਂ ਤੋਂ ਤੁਹਾਨੂੰ ਮੈਂ ਫੋਲੋ ਕਰਦਾ ਮਨਦੀਪ ਸਿੰਘ ਬਾਜਵਾ। ਬੜੀ ਖੁਸ਼ਕਿਸਮਤੀ ਹੈ, ਬੜੇ ਅੱਛੇ ਕਮੈਂਟਸ ਵੀ ਆਉਂਦੇ ਹਨ। ਉਹ ਕਮੈਂਟਸ ਦਾ ਮੈਨੂੰ ਜ਼ਿਆਦਾ ਦਿਲਚਸਪੀ ਹੁੰਦੀ ਹੈ ਕਿ ਵੀ ਲੋਕੀ ਕੀ ਲਿਖਦੇ ਨੇ ਕਰਕੇ। ਤਾਂ ਉਹ ਵਿਚਾਰ ਵਟਾਂਦਰਾ ਸਮਝ ਲਓ, ਹਾਜ਼ਰ ਜਵਾਬੀ ਜਾਂ ਇਸ ਤਰ੍ਹਾਂ ਦਾ ਦੋਸਤੀ ਵੀ ਬਣ ਜਾਂਦੀ ਹੈ, ਨਵੇਂ ਲੋਕੀ ਵੀ ਮਿਲ ਜਾਂਦੇ ਨੇ। ਸੋ ਕਦੇ ਮਨ ਕਰਦਾ ਸੀ ਕਮੇਡੀਅਨ ਹੁੰਦੇ ਮਨਦੀਪ ਸਿੰਘ ਬਾਜਵਾ? ਕਮੇਡੀਅਨ ਤਾਂ ਨਹੀਂ, ਪਰ ਉਹ ਇਹੋ ਜਿਹੇ ਮਜ਼ਾਕ ਤਾਂ ਕਰਦੇ ਰਹੇ ਆ ਸਕੂਲ ਕਾਲਜ ਵੇਲੇ, ਆਪਣਾ ਹੋਰ ਕੋਈ ਆ ਛੋਟੇ ਮੋਟੇ ਡਰਾਮੇ ਡਰੂਮੇ ਅਤੇ ਕਰਕੇ। ਵੈਸੇ ਮੈਂ ਹੁਣ ਵੀ ਮੈਂ ਕੋਸ਼ਿਸ਼ ਕਰਦਾ ਕਿ ਜਿੰਨੇ ਜ਼ਿਆਦਾ ਮੈਂ ਚੁਟਕਲੇ ਵਗੈਰਾ ਪਾਵਾਂ ਸੋਸ਼ਲ ਮੀਡੀਆ 'ਤੇ ਉਨੇ ਹੀ ਚੰਗੇ ਹੁੰਦੇ ਆ, ਅਤੇ ਲੋਕੀ ਖੁਸ਼ ਹੁੰਦੇ ਨੇ। ਇਹ ਬੜਾ ਤੁਹਾਡਾ ਇੱਕ ਵੱਖਰਾ ਜਿਹਾ ਪੱਖ ਨਹੀਂ ਗਾ ਕਿ ਮਿਲਟਰੀ ਦੀ ਹਿਸਟਰੀ ਬਾਰੇ ਤੁਸੀਂ ਇੰਨਾ ਕੁਛ ਲਿਖਦੇ ਹੋ, ਉਹਦੇ ਬਾਰੇ ਇੰਨੀ ਰਿਸਰਚ ਕਰਦੇ ਹੋ, ਦੂਜੇ ਪਾਸੇ ਚੁਟਕਲੇ ਵੀ ਬੜੇ ਪਾਉਂਦੇ ਹੋ। ਉਹਦੇ ਜਿਹੜੇ ਫੌਜੀ ਨੇ, ਉਹ ਆਪ ਜਿਹੜੇ ਫੌਜੀ ਨੇ, ਉਹ ਸਭ ਤੋਂ ਜ਼ਿਆਦਾ ਚੁਟਕਲੇ ਤਾਂ ਉਹ ਸੁਣਾਉਂਦੇ ਨੇ, ਔਰ ਉਹ ਚੁਟਕਲੇ ਵੀ ਆਪਣੇ ਆਪ 'ਤੇ ਫੌਜ ਬਾਰੇ, ਫੌਜੀ ਜ਼ਿੰਦਗੀ 'ਚ ਇਹਦੇ ਬਾਰੇ, ਹਾਂਜੀ, ਫੌਜੀ ਜੀਵਨ ਬਾਰੇ, ਅਤੇ ਉਹ ਕਰਕੇ ਉਹ ਤਾਂ ਹਮੇਸ਼ਾ ਬੜਾ ਇੱਕ ਮਜ਼ਾਕੀਆ ਕਿਸਮ ਦਾ ਮਾਹੌਲ ਰਹਿੰਦਾ, ਕਿਉਂਕਿ ਬੜੀ ਇੱਕ ਗੰਭੀਰ ਕਿਸਮ ਦਾ ਵਾਤਾਵਰਣ ਹੈ।
ਤਾਂ ਉਹਦੇ ਨੂੰ ਥੋੜ੍ਹਾ ਜਿਹਾ ਐਲੀਵੀਏਟ ਕਰਨ ਵਾਸਤੇ ਫੌਜੀ ਹਮੇਸ਼ਾ ਚੁਟਕਲੇ ਸੁਣਾਉਂਦੇ ਨੇ, ਔਰ ਉਹਦੇ ਨਾਲ ਉਹਨਾਂ ਦਾ ਇੱਕ ਕਿਸਮ ਦਾ ਮੁਰਾਲ ਵੀ ਰਹਿੰਦਾ, ਕਿਉਂਕਿ ਦੇਖੋ ਮਹੀਨੇ ਤੁਸੀਂ ਬੈਠੇ ਹੋ, ਦੁਸ਼ਮਣ ਦਾ ਸਾਹਮਣਾ ਕਰ ਰਹੇ ਹੋ ਤੇ ਜਦੋਂ ਤੱਕ ਤੁਸੀਂ ਮਜ਼ਾਕ ਨਹੀਂ ਕਰੋਗੇ, ਕੋਈ ਹਲਕੀ ਫੁਲਕੀ ਗੱਲਾਂ ਨਾ ਕਰੋਗੇ, ਤਾਂ ਤੁਹਾਡਾ ਮੁਰਾਲ ਕਿਸ ਤਰ੍ਹਾਂ ਇਹ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਆ? ਇੰਡੀਆ ਚਾਈਨਾ ਬਾਰਡਰ ਤੇ ਆਪਸ ਫੌਜੀ ਗੱਲਬਾਤ ਕਰਦੇ ਇੱਕ ਦੂਜੇ ਦੇਸ਼ਾਂ ਦੇ ਫੌਜੀ? ਬੜੀ ਘੱਟ। ਉਹ ਜ਼ੁਬਾਨ ਦੀ ਭਾਸ਼ਾ ਦੀ ਥੋੜ੍ਹੀ ਮੁਸ਼ਕਿਲ ਤਾਂ ਹੁੰਦੀ ਹੀ ਆ, ਇਸ ਕਰਕੇ ਉਧਰ ਪਾਕਿਸਤਾਨ ਨਾਲ ਜ਼ਿਆਦਾ ਸਾਂਝ ਹੈਗੀ ਹੈ, ਕਿਉਂਕਿ ਉਹ ਇੱਕੋ ਜ਼ੁਬਾਨ ਬੋਲਦੇ ਨੇ, ਇੱਕੋ ਜਿਹੇ ਸ਼ੌਕ ਨੇ, ਇੱਕੋ ਜਿਹੇ ਰੋਟੀ ਖਾਂਦੇ ਨੇ, ਕੋਈ ਐਸਾ ਫਰਕ ਨਹੀਂ। ਉੱਥੇ ਜ਼ਿਆਦਾ ਇਹਨਾਂ ਦਾ ਸੰਗਰੋਹ ਸਾਂਝ ਰਹਿੰਦੀ ਹੈ, ਜੇ ਕਿਤੇ ਮੁਲਾਕਾਤ ਹੋ ਜਾਏ ਜਾਂ ਵੈਸੇ ਵਗੈਰਾ। ਕਦੇ ਤਕਲੀਫ ਹੁੰਦੀ ਹੈ ਮਨਦੀਪ ਸਿੰਘ ਬਾਜਵਾ, ਜੋ ਤੁਸੀਂ ਕੋਈ ਬਹੁਤ ਹੀ ਰਿਸਰਚ ਕਰਕੇ ਕੋਈ ਆਰਟੀਕਲ ਲਿਖਿਆ, ਕਿਸੇ ਦਾ ਕੋਈ ਇੰਟਰਵਿਊ ਕੀਤਾ, ਉਸ ਤੋਂ ਬਾਅਦ ਕੋਈ ਤੁਹਾਨੂੰ ਇਹ ਕਹਿ ਦੇਵੇ ਯਾਰ ਤੁਸੀਂ ਤਾਂ ਕਾਂਗਰਸੀ ਹੋ ਇਸ ਕਰਕੇ ਇੱਦਾਂ ਲਿਖਿਆ, ਕਦੇ ਇਹੋ ਜਿਹਾ? ਨਹੀਂ, ਉਹ ਠੀਕ ਹੈ ਕਿ ਅੱਜ ਕੱਲ੍ਹ ਦਾ ਜੋ ਮਾਹੌਲ ਹੈ ਉਹਦੇ ਬਾਰੇ 'ਚ ਤੁਸੀਂ ਕੋਈ ਕਿਸੇ ਆਪਣੇ ਵਿਚਾਰ ਰੱਖੋ ਤੇ ਉਹ ਲੋਕੀ ਕਹਿੰਦੇ ਨੇ ਹਾਂ ਇਹ ਕਾਂਗਰਸ ਕਰਕੇ ਹੋ ਰਿਹਾ ਵਗੈਰਾ। ਮੈਂ ਕਿਹਾ ਨਹੀਂ, ਆਹ ਦੇਖੋ ਤੱਤ ਨੇ, ਇਹ ਸੱਚਾਈ ਹੈ, ਇਹ ਕੁਝ ਫੈਕਟਰਸ ਨੇ, ਇਹਦੇ ਕਰਕੇ ਇਹ ਚੀਜ਼ਾਂ ਹੋ ਰਹੀਆਂ। ਸੋ ਮੈਂ ਮਤਲਬ ਕੋਈ ਹਮੇਸ਼ਾ ਵਜਨਦਾਰ ਚੀਜ਼ ਪੋਸਟ ਕਰਦਾ ਜਾਂ ਲਿਖਦਾ, ਕੋਈ ਹਲਕੀ ਫੁਲਕੀ ਨਹੀਂ, ਜਾਂ ਜਿਹੜੀ ਚੀਜ਼ ਦੀ ਮੈਂ ਦਿਫਾ ਨਹੀਂ ਕਰ ਸਕਦਾ ਉਹ ਮੈਂ ਕਦੀ ਕੋਈ ਨਹੀਂ ਪਾਉਂਦਾ। ਹਮੇਸ਼ਾ ਬੜੀ ਸੋਚੇ ਸਮਝੀ ਚੀਜ਼ ਹੁੰਦੀ ਹੈ, ਅਤੇ ਆਪਣਾ ਉਹਦੇ ਬਾਰੇ 'ਚ ਕੋਈ ਮੈਨੂੰ ਵਿਚਾਰ ਰੱਖੇ ਜਾਂ ਕੋਈ ਮੈਨੂੰ ਸਵਾਲ ਕਰੇ ਜਾਂ ਕਵੇ ਕਿ ਮੈਂ ਮੰਨਦਾ ਨਹੀਂ ਅਤੇ ਮੈਂ ਸਹਿਮਤ ਨਹੀਂ ਹੈਗਾ ਵਗੈਰਾ, ਅਤੇ ਮੈਂ ਹਮੇਸ਼ਾ ਤਿਆਰ ਰਹਿੰਦਾ ਬਹਿਸ ਕਰਨ ਵਾਸਤੇ, ਜਾਂ ਉਸ ਬਾਰੇ 'ਚ ਕੋਈ ਆਪਣਾ ਸਲਾਹ ਤਾਂ ਨਹੀਂ, ਕੋਈ ਮਸ਼ਵਰਾ ਵਗੈਰਾ, ਕੋਈ ਗੱਲਬਾਤ ਮਸਲਾ ਡਿਸਕਸ਼ਨ ਵਗੈਰਾ ਕਰਨ ਵਾਸਤੇ ਹਮੇਸ਼ਾ ਤਿਆਰ ਰਹਿੰਦਾ। ਤੁਹਾਡੇ ਫਾਦਰ ਸਾਹਿਬ ਮੇਜਰ ਜਨਰਲ ਰਿਟਾਇਰ ਹੋਏ ਸੀ, ਹੁਣ ਉਹਨਾਂ ਨੂੰ ਅਗਿਆਨ ਨੂੰ ਹੋ ਗਏ 5-6 ਸਾਲ। ਮਨਦੀਪ ਸਿੰਘ ਬਾਜਵਾ, ਕਦੇ ਪਿਤਾ ਨੇ ਕਿਹਾ ਹੋਵੇ ਕਿ ਤੁਸੀਂ ਇੰਨੀ ਰਿਸਰਚ ਕਰਕੇ ਸਾਰਾ ਆਰਟੀਕਲ ਲਿਖਿਆ, ਤੁਹਾਨੂੰ ਇਸ ਸੁਰੱਖਿਆ ਬਾਰੇ ਜਾਣਕਾਰੀ ਨਹੀਂ ਦੇਣੀ ਚਾਹੀਦੀ? ਕਦੇ ਪਿਤਾ ਨੇ ਆਪਦੇ ਜੀਵਨ ਕਾਲ ਦੇ ਵੀ ਤੁਹਾਨੂੰ ਕਦੇ ਟੋਕਿਆ ਹੋਵੇ? ਉਹ ਇੰਨੀ ਕੁ ਜ਼ਿੰਮੇਵਾਰੀ ਤੇ ਰੱਖੀ ਦੀ ਹੈ। ਹੁਣ ਮੈਂ ਮਤਲਬ ਸੱਚਾਈ ਜੇ ਕਹਾਂ ਤੇ ਮੇਰੇ ਕੋਲ ਇੰਨੇ ਰਾਜ਼ ਨੇ, ਔਰ ਹਿੰਦੁਸਤਾਨ ਦੇ ਘੱਟ ਹੋਣਗੇ, ਪਾਕਿਸਤਾਨ ਤੇ ਚੀਨ ਦੇ ਜ਼ਿਆਦਾ ਰਾਜ਼ ਨੇ ਮੇਰੇ ਕੋਲ, ਮਗਰ ਉਹ ਕੁਝ ਜ਼ਿੰਮੇਵਾਰੀ ਵੀ ਵਿਖਾਉਣੀ ਪੈਂਦੀ ਹੈ। ਆਫਟਰ ਆਲ ਆਖਿਰ ਆਪਣੇ ਦੇਸ਼ ਬਾਰੇ ਤਾਂ ਖਾਸ ਕਰਕੇ ਵਿਖਾਉਣੀ ਪੈਂਦੀ ਹੈ ਕਿ ਆਪਣੇ ਦੇਸ਼ ਦੇ ਰਾਜ਼ ਨਹੀਂ ਨਿਕਲਣੇ ਚਾਹੀਦੇ, ਮਗਰ ਉਹ ਜਿਹੜੇ ਰਾਜ ਦੇ ਜਾਣਨ ਕਰਕੇ ਤੁਹਾਨੂੰ ਇੱਕ ਨਜ਼ਰੀਆ ਤੁਹਾਡਾ ਜਿਹੜਾ ਹੈ ਨਾ ਉਹ ਸਹੀ ਰਹਿੰਦਾ, ਔਰ ਤੁਹਾਡਾ ਜਿਹੜਾ ਦ੍ਰਿਸ਼ਟੀਕੋਣ ਹੈ ਜਿਹੜਾ ਉਹ ਇੱਕ ਫੋਕਸਡ ਰਹਿੰਦਾ। ਜਦੋਂ ਤੁਸੀਂ ਇੰਡੋ ਪਾਕਿਸਤਾਨ ਦੀ ਗੱਲ ਕਰਦੇ ਹਾਂ, ਇੰਡੀਆ ਪਾਕਿਸਤਾਨ ਦੇ ਵਿੱਚ ਜਦੋਂ ਅਸੀਂ ਜੰਗ ਦੀ ਗੱਲ ਕਰਦੇ ਹਾਂ, ਹਮੇਸ਼ਾ ਕੁੜੱਤਣ ਦੀ ਗੱਲ ਸਾਡੇ ਸਾਹਮਣੇ ਆਉਂਦੀ ਹੈ। ਇਸ ਚੀਜ਼ ਨੂੰ ਦੂਰ ਕਰਨ ਵਾਸਤੇ ਤੁਹਾਡੇ ਵਰਗੇ ਲੇਖਕਾਂ ਦਾ ਕੋਈ ਯੋਗਦਾਨ ਹੋਣਾ ਚਾਹੀਦਾ ਹੈ ਕਿ ਅਸੀਂ ਇਸ ਕੁੜੱਤਣ ਨੂੰ ਦੂਰ ਕਰ ਸਕੀਏ? ਨਹੀਂ, ਉਹ ਤਾਂ ਹੁਣ ਅਸੀਂ ਇੱਕ ਜ਼ਿਆਤੀ ਤੌਰ 'ਤੇ ਸ਼ਖਸ ਬਾਏ ਸ਼ਖਸ ਜਾਂ ਪਰਸਨ ਟੂ ਪਰਸਨ ਕੰਟੈਕਟਸ ਤਾਂ ਰੱਖੀ ਦੇ ਆ, ਅਤੇ ਮੈਂ ਉਹ ਮੈਂਬਰ ਵੀ ਹੈਗਾ ਇੱਕ ਸੰਗਠਨ ਹੈ ਇੰਡੋ ਪਾਕਿਸਤਾਨ ਸੋਲਜਰਸ ਇਨੀਸ਼ੀਏਟਿਵ ਫॉर ਪੀਸ, ਅਤੇ ਹਾਲਾਂਕਿ ਮੈਂ ਸਿਵਲੀਅਨ ਹੈ ਮਗਰ ਮੇਰੇ ਫਾਦਰ ਮੈਂਬਰ ਸੀ, ਤਾਂ ਮੈਨੂੰ ਵੀ ਮੈਂਬਰ ਬਣਾਇਆ। ਉਹ ਫਿਰ ਇਸ ਤਰ੍ਹਾਂ ਕਰਦੇ ਹਰ ਇੱਕ ਸਾਲ, ਹੁਣ ਤਾਂ ਖੈਰ ਬੰਦ ਹੋ ਗਿਆ ਕਿਉਂਕਿ ਹਾਲਾਤ ਬੜੇ ਖਰਾਬ ਰਹੇ ਨੇ ਪਿਛਲੇ 10 ਸਾਲ, ਅਤੇ ਉਸ ਤੋਂ ਪਹਿਲਾਂ ਤਾਂ ਹਰ ਸਾਲ ਉਹਨਾਂ ਦੇ ਆਪਣਾ ਮੁਲਾਕਾਤ ਹੁੰਦੀ ਸੀ। ਇੱਕ ਸਾਲ ਜਿਹੜੇ ਭਾਰਤੀ ਨੇ ਉਹ ਪਾਕਿਸਤਾਨ ਜਾਂਦੇ ਸੀਗੇ, ਦੂਜੇ ਸਾਲ ਪਾਕਿਸਤਾਨੀ ਇੱਥੇ ਭਾਰਤ ਵਿੱਚ ਆਉਂਦੇ ਸੀਗੇ, ਅਤੇ ਬੜੇ ਇੱਕ ਕਾਰਡੀਅਲ ਐਟਮੋਸਫੇਅਰ 'ਚ ਬੜੀ ਫਰੈਂਕ ਗੱਲਾਂ ਹੁੰਦੀਆਂ ਸੀਗੀਆਂ, ਅਤੇ ਉਹ ਆਪਣੇ ਪਰਿਵਾਰ ਵੀ ਨਾਲ ਲੈ ਕੇ ਆਉਂਦੇ ਸੀਗੇ, ਅਤੇ ਉੱਥੇ ਫਿਰ ਥਾਂ ਉਹਨਾਂ ਨੂੰ ਫਿਰਾਉਂਦੇ ਸੀਗੇ, ਲੋਕਾਂ ਦੇ ਘਰਾਂ 'ਚ ਖਾਣੇ ਵਾਸਤੇ ਲੈ ਕੇ ਜਾਣਾ ਵਗੈਰਾ। ਤਾਂ ਕੁਛ ਇੱਕ ਬਿਹਤਰ ਜਿਹੜੀ ਹੈ ਨਾ ਸਮਝ ਇੱਕ ਦੂਜੇ ਦੇ ਨਜ਼ਰੀਏ ਦੀ ਕੁਛ ਬਣੀ ਸੀ, ਮਗਰ ਫਿਰ ਹਾਲਾਤ ਇਹ ਜਿਹੇ ਖਰਾਬ ਹੋ ਗਏ, ਅਤੇ ਫਿਰ ਤਾਂ ਉਹ ਉਹਨਾਂ ਦੇ ਮਿਲਣਾ ਜੁਲਣਾ ਹੀ ਬੰਦ ਹੋ ਗਿਆ। ਮਗਰ ਇਹ ਹੋ ਸਕਦਾ ਟਰੈਕ ਟੂ ਹਾਲੇ ਵੀ ਕੁਛ ਬਹੁਤ ਚੱਲਦੀ ਹੈ ਟਰੈਕ ਟੂ, ਪਰ ਟਰੈਕ ਟੂ ਦਾ ਕੋਈ ਪਤਾ ਨਹੀਂ। ਅਤੇ ਕੱਲ੍ਹ ਨੂੰ ਇੱਕ ਸਿਆਸੀ ਪਾਰਟੀ ਕਵੇ ਕਿ ਜੀ ਇਹ ਜੀ ਮਿਲੇ ਹੋਏ ਨੇ ਅਤੇ ਜੀ ਇਹ ਸਾਜ਼ਿਸ਼ ਕਰ ਰਹੇ ਨੇ ਦੇਸ਼ ਦੇ ਖਿਲਾਫ, ਅਤੇ ਹੁਣ ਫਿਰ ਟਰੈਕ ਟੂ ਦੇ ਵਾਸਤੇ ਵੀ ਜਿਹੜਾ ਥੋੜ੍ਹੇ ਲੋਕੀ ਆਵਾਜ਼ਾਰ ਨੇ ਇਸ ਗੱਲ 'ਤੇ। ਚਲੋ ਇੱਕ ਹੋਰ ਛੋਟਾ ਜਿਹਾ ਵਕਫਾ ਲੈ ਲਵਾਂ, ਵਕਫੇ ਤੋਂ ਬਾਅਦ ਵਾਪਸ ਆਉਂਦੇ ਹਾਂ। ਜਦੋਂ ਸਰਹੱਦਾਂ ਦੀ ਗੱਲ ਹੁੰਦੀ ਹੈ ਤਾਂ ਉਦੋਂ ਮਨਦੀਪ ਸਿੰਘ ਬਾਜਵਾ ਹਰਾਂ ਕੋਲੇ
ਇਹੋ ਜਿਹੇ ਰਾਜ ਹੈ ਜਿਹੜੇ ਉਹ ਟੀਵੀ ਤੇ ਨਹੀਂ ਦੱਸ ਸਕਦੇ। ਪਰ ਮਨਦੀਪ ਸਿੰਘ ਬਾਜਵਾ ਬਹੁਤ ਜ਼ਿੰਮੇਵਾਰੀ ਨਾਲ ਆਪਣੇ ਜਿਹੜੇ ਕਾਲਮ ਲਿਖਦੇ ਆ ਤੇ ਤਕਰੀਬਨ 4 ਦਹਾਕੇ ਤੋਂ ਵੱਧ ਉਹਨਾਂ ਨੂੰ ਇਹ ਕਾਲਮ ਲਿਖਦਿਆਂ ਨੂੰ ਹੋ ਗਿਆ। ਮਨਦੀਪ ਸਿੰਘ ਬਾਜਵਾ ਕੋਲੋਂ ਇੰਡੀਆ ਚਾਈਨਾ ਬਾਰਡਰ ਤੇ ਕੀ ਹੋ ਰਿਹਾ ਉਸ ਬਾਰੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ। ਵਾਪਸ ਆ ਰਹੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਬਾਇਓ ਸਾਹਿਬ, ਇੰਡੀਆ ਚਾਈਨਾ ਬਾਰਡਰ ਤੇ ਐਕਚੁਅਲ ਪੋਜੀਸ਼ਨ ਕੀ ਹੈ? ਕਿਉਂਕਿ ਇੱਕ ਮੈਂ ਕਾਲਮਨਿਸਟ ਤੋਂ ਸਮਝਣਾ ਚਾਹ ਰਿਹਾ ਜਿਹੜਾ ਉਸ ਸਰਹੱਦ ਨੂੰ ਬਹੁਤ ਗੰਭੀਰਤਾ ਨਾਲ, ਬਹੁਤ ਸੰਜੀਦਗੀ ਨਾਲ ਸੋਚਦਾ। ਮੈਂ ਉਸ ਆਪੋਜੀਸ਼ਨ ਵਾਲਾ ਸਵਾਲ ਨਹੀਂ ਤੁਹਾਨੂੰ ਕਰ ਰਿਹਾ ਜਿਹੜੀ ਆਪੋਜੀਸ਼ਨ ਪਾਰਲੀਮੈਂਟ ਦੇ ਵਿੱਚ ਖੜਾ ਹੋ ਕੇ ਕਹਿੰਦੀ ਹੈ ਕਿ ਪ੍ਰਧਾਨ ਮੰਤਰੀ ਜਵਾਬ ਦੇਣ, ਉੱਥੇ ਸਿਚੁਏਸ਼ਨ ਕੀ ਹੈ? ਦੇਖੋ, ਜਿਹੜੇ LAC ਹੈ, LAC ਬੇਸ਼ੱਕ ਇੱਕ ਡਿਫਾਈਨਡ ਨਹੀਂ, ਕੋਈ ਡਿਮਾਰਕੇਟਡ ਨਹੀਂ, ਮਗਰ ਇੰਨੇ ਦਸ਼ਕਾਂ ਤੋਂ ਬਾਅਦ ਉਹ ਇੱਕ ਯੂਜ਼ੇਜ ਜੀ ਬਣ ਗਈ ਹੈ ਕਿ ਵੀ ਹਾਂ ਇਹ LAC ਇਸ ਪਾਸੇ ਚੱਲਦੀ ਹੈ। ਔਰ ਇਹ ਜਿਹੜੇ ਤੁਸੀਂ ਆਪਣੇ ਡਿਫਾਈਨ ਕੀਤੇ ਹੋਏ ਪੈਟਰੋਲਿੰਗ ਪੁਆਇੰਟਸ ਨੇ ਕਿ ਤੁਸੀਂ ਇਸ ਪੁਆਇੰਟ A ਤੋਂ ਇੱਕ ਪੁਆਇੰਟ ਪੈਟਰੋਲਿੰਗ ਪੁਆਇੰਟ 1 ਤੋਂ ਪੈਟਰੋਲਿੰਗ ਪੁਆਇੰਟ 2 ਜਾਓਗੇ, ਫਿਰ ਐਸਾ ਕਰਕੇ ਵਗੈਰਾ। ਤਾਂ ਉਹ ਇੱਕ ਰੈਕਗਨਾਈਜ਼ ਜਿਹਾ ਹੋ ਗਿਆ ਸੀਗਾ ਔਰ ਇੱਕ ਦੂਜੇ ਦੇ ਇਲਾਕੇ 'ਚ ਨਹੀਂ ਸੀ ਜਾਂਦੇ। ਉਹ ਥੋੜ੍ਹੀ ਬਹੁਤ ਹੁੰਦੀ ਸੀਗੀ, ਉਹ ਜ਼ਿਆਦਾਤਰ ਚੀਨੀਆਂ ਵੱਲੋਂ, ਸਾਡੇ ਵੱਲੋਂ ਜਿਹੜੀ ਆ ਉਹ ਐਗਰੈਸ਼ਨ ਨਹੀਂ ਸੀ ਹੁੰਦੀ, ਉਹ ਕਰਦੇ ਹੁੰਦੇ ਸੀਗੇ। ਅਤੇ ਉਹ ਵੀ ਇੱਕ ਸਮਝੌਤਾ ਸੀਗਾ ਕਿ ਜਿਹੜੀ ਆ ਗਸ਼ਤੀ ਦਲ ਨੇ ਉਹ ਹਥਿਆਰ ਨਹੀਂ ਲੈ ਕੇ ਜਾਣਗੇ। ਮਗਰ ਇਹ ਹੁਣ ਪਤਾ ਲੱਗਿਆ ਕਿ ਵੀ ਸਾਡੇ ਜਵਾਨ ਵਗੈਰਾ ਫਿਰ ਵੀ ਚੀਨੀਆਂ 'ਤੇ ਭਰੋਸਾ ਨਹੀਂ ਸੀ ਕਰਦੇ। ਉਹ ਵੀ ਲੁਕਾ ਛੁਪਾ ਕੇ ਛੋਟੇ ਮੋਟੇ ਹਥਿਆਰ ਨਾਲ ਰੱਖਦੇ ਸੀ ਕਿ ਕੋਈ ਗੱਲ ਹੋ ਜਾਏ ਤਾਂ ਵਰਤ ਲਾਂਗੇ। ਹੁਣ ਇਹ 2020 ਦੇ ਵਿੱਚ ਇਹਨਾਂ ਨੇ ਇਹ ਦੱਸਿਆ ਕਿ ਜੀ ਅਸੀਂ ਫੌਜੀ ਮਸ਼ਕ ਕਰ ਰਹੇ ਹਾਂ ਇੱਥੇ, ਅਤੇ ਉਹਦੇ ਮਸ਼ਕ ਦੇ ਆਪਣਾ ਕੈਮਫਲਾਜ ਦੇ ਵਿੱਚ ਇਹਨਾਂ ਨੇ ਸਾਡੇ ਇਲਾਕੇ 'ਚ ਆ ਕੇ ਸਾਡੇ ਇਲਾਕੇ 'ਚ ਘੁਸ ਗਏ। ਅਤੇ ਫਿਰ ਸਾਨੂੰ ਜਦੋਂ ਪਤਾ ਲੱਗਿਆ ਕਿ ਕਿਸੇ ਨੂੰ ਖਿਆਲ ਨਹੀਂ ਸੀਗਾ ਕਿ ਵੀ ਇਹ ਐਸਾ ਕਰਨਗੇ, ਕਿਉਂਕਿ ਸਮਝ ਲਓ ਸੰਨ 62 ਦੇ ਬਾਅਦ ਇਹੋ ਜਿਹਾ ਵੱਡਾ ਇੱਕ ਹਿਮਾਲਿਆਈ ਢਾਲ ਇੱਕ ਬਣੀ ਸੀਗੀ ਜਿਹਦੇ ਵਿੱਚ ਚੀਨੀ ਉਸ ਢਾਲ ਨੂੰ ਉਹ ਢਾਲ ਜਿਹੜੀ ਹੈ ਚੀਨੀਆਂ ਨੂੰ ਰੋਕ ਕੇ ਰੱਖੀ ਸੀ। ਮਗਰ ਹੁਣ ਜਿਹੜਾ ਇੱਕ ਚੀਨ ਜਿਹੜਾ ਹੈ ਨਾ, ਹੁਣ ਉਹ ਇੱਕ ਵੱਖਰਾ ਮੁਲਕ, ਉਹ ਅੱਗੇ ਨਾਲੋਂ ਪਿਛੋਕੜ ਨਾਲੋਂ ਉਹ ਵੱਖਰੀ ਦ੍ਰਿਸ਼ਟੀਕੋਣ ਹੈ ਉਹਨਾਂ ਦਾ। ਅਤੇ ਖਾਸ ਕਰਕੇ ਹੁਣ ਜਿਹੜੀ ਉਹਨਾਂ ਨੇ ਨਵੇਂ ਜਿਹੜੇ ਇਹਨਾਂ ਨੇ ਇਨੀਸ਼ੀਏਟਿਵ ਲਏ ਨੇ, ਬੈਲਟ ਐਂਡ ਰੋਡ ਇਨੀਸ਼ੀਏਟਿਵ, ਸਿਲਕ ਰੋਡ, CPEC ਵਗੈਰਾ, ਉਸ ਦੇ ਤਹਿਤ ਜਿਹੜਾ ਹੈ ਨਾ ਇਹ ਇੱਕ ਬੜਾ ਲੜਾਕੂ ਕਿਸਮ ਦਾ ਸੁਭਾਅ ਦਿਖਾਉਣਾ ਚਾਹੁੰਦੇ ਆ, ਇੱਕ ਬੜਾ ਜੰਗਜੂ ਕਿਸਮ ਦਾ ਸੁਭਾਅ ਹੈ ਔਰ ਬੜੀ ਐਗਰੈਸ਼ਨ ਵਿਖਾਉਣਾ ਚਾਹੁੰਦੇ ਆ। ਉਸ ਦੇ ਤਹਿਤ ਫਿਰ ਇਹਨਾਂ ਨੇ ਇਲਾਕਿਆਂ ਦੇ ਵਿੱਚ ਆਪਣਾ ਪਹਿਲਾਂ ਗਸ਼ਤ ਸ਼ੁਰੂ ਕੀਤੀ, ਫਿਰ ਉੱਥੇ ਜਾ ਕੇ ਇਹਨਾਂ ਨੇ ਖੈਮੇ ਲਾਏ, ਫਿਰ ਇਹਨਾਂ ਨੇ ਹੋਰ ਰੀਇਨਫੋਰਸਮੈਂਟਸ ਲੈ ਕੇ ਆਏ। ਫਿਰ ਜਦੋਂ ਸਾਡੇ ਵੱਲੋਂ ਫਿਰ ਜਦੋਂ ਆਪਣਾ ਇਹਦੇ ਇਤਰਾਜ਼ ਕੀਤਾ ਗਿਆ ਅਤੇ ਫਿਰ ਉਹ ਆਪਣਾ ਹਿੰਸਾ 'ਤੇ ਆ ਗਏ। ਉਹਦੇ ਵਿੱਚ 20 ਸਾਡੇ ਜਵਾਨ ਸ਼ਹੀਦ ਹੋ ਗਏ, ਕੁਛ ਉਹਨਾਂ ਦੇ ਵੀ ਸ਼ਹੀਦ ਹੋਏ ਨੇ। ਮਗਰ ਸਾਨੂੰ ਇਹ ਸਾਡੇ ਕਿਉਂ 20 ਜਵਾਨ ਸ਼ਹੀਦ ਹੋਏ, ਇਹ ਕਿਉਂ ਹੋਣਾ ਪੈ ਗਿਆ? ਅਤੇ ਉਹ ਤੋਂ ਬਾਅਦ ਤਾਂ ਫਿਰ ਸਰਕਾਰ ਦੀ ਰਵੱਈਆ ਇਹ ਹੈ ਕਿ ਵੀ ਕੋਈ ਜ਼ਮੀਨ ਨਹੀਂ ਆਪਣਾ ਗਈ। ਔਰ ਹੁਣ ਸਰਕਾਰ ਬੜੀ ਸੰਵੇਦਨਸ਼ੀਲ ਹੈ ਇਸ ਗੱਲ 'ਤੇ ਕਿ ਚੀਨ ਦੇ ਬਾਰੇ 'ਚ ਕੋਈ ਗੱਲ ਹੀ ਨਾ ਕੀਤੀ ਜਾਵੇ। ਇੱਥੇ ਤੱਕ ਕਿ ਅਕਤੂਬਰ ਦੇ ਵਿੱਚ, ਅਕਤੂਬਰ-ਨਵੰਬਰ ਦੇ ਵਿੱਚ ਪਿਛਲੇ ਸਾਲ ਸੰਨ 62 ਦੀ ਲੜਾਈ ਦੀ 60ਵੀਂ ਵਰ੍ਹੇਗੰਢ ਸੀ। ਹਾਲਾਂਕਿ ਚਲੋ ਅਸੀਂ ਹਾਰੇ ਸੀਗੇ ਅਤੇ ਉਹ ਕੋਈ ਮਨਾਉਣ ਵਾਲੀ ਗੱਲ ਨਹੀਂ ਸੀ, ਮਗਰ ਸ਼ਹੀਦਾਂ ਨੂੰ ਯਾਦ ਕੀਤਾ ਜਾਣਾ ਚਾਹੀਦਾ ਸੀਗਾ। ਅਤੇ ਇੱਕ ਵੀ ਜਿਹੜਾ ਫੁੱਲਾਂ ਦਾ ਗੁਲਦਸਤਾ ਰੀਤ ਜਿਹੜਾ ਨਾ ਕਿਸੇ ਵੀ ਯੁੱਧ ਸਮਾਰਕ 'ਤੇ ਨਹੀਂ ਪਾਇਆ ਗਿਆ। ਸੋ ਇੱਥੇ ਇਸ ਹੱਦ ਤੱਕ ਅਸੀਂ ਚਲੇ ਗਏ ਹਾਂ ਕਿ ਵੀ ਚੀਨ ਦੇ ਬਾਰੇ ਗੱਲ ਹੀ ਨਹੀਂ ਕਰਨੀ, ਨਜ਼ਰਅੰਦਾਜ਼ ਕਰ। ਕਿਉਂ ਨਹੀਂ ਗੱਲ ਕਰਨਾ ਚਾਹੁੰਦੇ ਚੀਨ ਬਾਰੇ? ਬਈ ਇਹ ਹੁਣ ਉਹਨਾਂ ਦੀ ਸਿਆਸੀ ਆਪਣਾ ਸੋਚ ਹੈ, ਆਪਣਾ ਦਿਖਾਉਣਾ ਚਾਹੁੰਦੇ ਨੇ ਕਿ ਵੀ ਅਸੀਂ ਜ਼ਮੀਨ ਨਹੀਂ ਗਵਾਈ। ਹਾਲਾਂਕਿ ਇਹ ਤਾਂ ਸਾਹਮਣੇ ਸਾਫ਼ ਨਜ਼ਰ ਆ ਰਿਹਾ। ਹੁਣ ਇੱਧਰ ਚੁਸ਼ੁਲ ਤੋਂ ਸਾਹਮਣੇ
ਜਿਹੜਾ ਉਹ ਕੈਲਾਸ਼ ਰੇਂਜ ਹੈ ਉਹਦੇ ਉੱਤੇ ਉੱਚੀ ਪਹਾੜੀਆਂ 'ਤੇ ਅਸੀਂ ਬੈਠੇ ਸੀਗੇ, ਉੱਚੀ ਪਹਾੜੀਆਂ ਨੂੰ ਛੱਡ ਕੇ ਅਸੀਂ ਥੱਲੇ ਆ ਗਏ। ਤੇ ਉਹ ਹਾਲਾਂਕਿ ਚੀਨੀ ਦੂਜੇ ਪਾਸੇ ਨੇ, ਪਰ ਉਹ ਕਿਸੇ ਵਕਤ ਵੀ ਚੜ੍ਹ ਕੇ ਤੇ ਫਿਰ ਕੈਲਾਸ਼ ਰੇਂਜ ਦੇ ਉੱਤੇ ਕਾਬਜ਼ ਹੋ ਜਾਣਗੇ, ਫਿਰ ਸਾਡੇ ਤੇ ਕਰਕੇ ਸਾਡੇ ਤੇ ਫਿਰ ਉੱਚੀਆਂ ਪਹਾੜੀਆਂ 'ਤੇ ਬਹਿ ਕੇ ਫਿਰ ਸਾਨੂੰ ਡੋਮੀਨੇਟ ਕਰਨਗੇ। ਸੋ ਇਹ ਜਿਹੜਾ ਨਾ ਚੀਨ 'ਤੇ ਭਰੋਸਾ ਕਰਨਾ ਜਿਹੜਾ ਨਾ ਹਮੇਸ਼ਾ ਬੜਾ ਗਲਤ ਫੈਸਲਾ ਹੈ। ਔਰ ਜਿਹੜਾ ਇੱਕ ਮੈਂ ਸਮਝਦਾ ਸਰਕਾਰ ਜਿਹੜੀ ਸਾਡੀ ਆਪਣਾ ਆਰਮ ਫੋਰਸਿਸ ਨੇ, ਜਿਹੜੀ ਸਾਡੀ ਮਿਲਟਰੀ ਹੈ, ਉਹਦੀ ਕੈਪੇਬਿਲਿਟੀ ਨੂੰ ਜਿਹੜਾ ਹੈ ਨਾ ਸਮਝ ਨਹੀਂ ਸਕੇ ਕਿ ਪੂਰੀ ਕੈਪੇਬਿਲਿਟੀ ਉਹਨਾਂ ਚੀਨੀਆਂ ਨੂੰ ਪਹੁੰਚਾ ਸਕਦੇ ਨੇ, ਮਗਰ ਨਹੀਂ ਹੁਣ ਚਾਹੁੰਦੇ। ਹੁਣ ਇਹ ਤਾਂ ਹੁਣ ਇਹ ਸਵਾਲ ਦਾ ਜਵਾਬ ਤਾਂ ਉਹਨਾਂ ਨੂੰ ਦੇਣਾ ਚਾਹੀਦਾ ਹੈ। ਤੁਹਾਨੂੰ ਲੱਗਦਾ ਕਿ ਚਾਈਨਾ ਨੇ ਸਾਡੀ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ? ਪੱਕੀ ਗੱਲ ਹੈ, ਤੇ ਪੱਕੀ ਗੱਲ ਹੈ, ਤੇ ਨਜ਼ਰ ਹੀ ਆ ਰਿਹਾ। ਨਹੀਂ, ਤੁਸੀਂ ਜਿਹੜੇ ਵੱਡੇ ਵੱਡੇ ਅਫਸਰਾਂ ਨਾਲ ਵੀ ਤੁਹਾਡੇ ਤਾਲੁਕ ਹੈ, ਉਹਨਾਂ ਨਾਲ ਗੱਲਬਾਤ ਕਰਦੇ ਹੋ, ਉਹ ਇਹ ਗੱਲ ਕਹਿੰਦੇ? ਨਹੀਂ, ਮੈਂ ਅਫਸਰਾਂ ਨਾਲ ਗੱਲ ਨਹੀਂ ਕਰਦਾ, ਕਿਉਂਕਿ ਉਹ ਉਹਨਾਂ ਦੀ ਪੋਜੀਸ਼ਨ ਕਿਉਂ ਖਰਾਬ ਕਰੀਏ ਕਿ ਵੀ ਉਹ ਸਾਨੂੰ ਕੁਝ ਕਹਿਣ। ਜੇ ਉਹਨਾਂ ਨੇ ਕੁਝ ਕਿਹਾ ਉਹ ਫਿਰ ਮਤਲਬ ਪ੍ਰਿਵਿਲੇਜ ਇਨਫੋਰਮੇਸ਼ਨ ਹੁੰਦੀ ਹੈ, ਉਹ ਅਸੀਂ ਕਿਸੇ ਨੂੰ ਕਹਿ ਨਹੀਂ ਸਕਦੇ। ਜ਼ਿੰਮੇਵਾਰੀ ਦੇ ਤਹਿਤ ਅਸੀਂ ਨਹੀਂ ਉਸ ਬਾਰੇ ਗੱਲ ਕਰ ਸਕਦੇ, ਮਗਰ ਜੋ ਵੇਖਣ 'ਚ ਆਇਆ ਔਰ ਜੋ ਸੁਣਨ 'ਚ ਆਇਆ ਤੇ ਚੀਨ ਨੇ ਕਬਜ਼ਾ ਕੀਤਾ, ਉਹ ਤਾਂ ਉਹਨਾਂ ਦੇ ਆਪਣੇ ਜਿਹੜੇ ਸੂਤਰ ਨੇ ਉਹ ਕਹਿੰਦੇ ਨੇ ਕਿ ਅਸੀਂ। ਜਦੋਂ ਇਹ ਗੱਲ ਕੀਤੀ ਜਾਂਦੀ ਉਦੋਂ ਫਿਰ ਕਹਿੰਦੇ ਨਾ ਪੋਲੀਟੀਕਲ ਸਿਰਫ ਰਿਮਾਰਕਸ ਹੈ। ਨਹੀਂ, ਉਹ ਠੀਕ ਹੈ, ਹੁਣ ਕਹਿੰਦੇ ਨੇ, ਪਰ ਗੱਲ ਤਾਂ ਇਹ ਹੈ ਕਿ ਵੀ ਸੱਚਾਈ ਤਾਂ ਫਿਰ ਸਾਹਮਣੇ ਆਉਣੀ ਹੈ। ਸੱਚਾਈ ਦੇ ਬਾਰੇ ਤੇ ਅਸੀਂ ਸੱਚਾਈ ਤੋਂ ਦੂਰ ਤਾਂ ਜਾ ਨਹੀਂ ਸਕਦੇ, ਸੱਚਾਈ ਤਾਂ ਫਿਰ ਦੱਸਣੀ ਹੈ। ਆਖਿਰ ਕੱਲ੍ਹ ਨੂੰ ਤਾਂ ਬਹੁਤ ਵੱਡਾ ਕੋਈ ਇੱਕ ਬੜਾ ਵੱਡਾ ਨੁਕਸਾਨ ਹੋ ਸਕਦਾ ਮੁਲਕ ਦਾ। ਸੋ ਇਸ ਬਾਰੇ 'ਚ ਦੇਸ਼ ਵਾਸੀਆਂ ਨੂੰ ਸੁਚੇਤ ਤਾਂ ਕਰਨਾ ਹੈ ਨਾ, ਅਸੀਂ ਦੱਸਣਾ ਇਹਨਾਂ ਨੂੰ ਕਿ ਵੀ ਆਹ ਕੁਛ ਕਰ ਰਹੇ ਆ। ਤੁਸੀਂ ਲਿਖਦੇ ਹੋ ਆਪਦੇ ਆਰਟੀਕਲਸ ਦੇ ਵਿੱਚ? ਮੈਂ ਲਿਖਦਾ, ਮੈਂ ਪੂਰਾ ਲਿਖਿਆ ਕਰਕੇ ਮੈਂ ਉਹ ਦਿੱਤੀ ਹੈ, ਪੂਰੀ ਉਹਨਾਂ ਦੀ ਕੰਪੋਜੀਸ਼ਨ ਦਿੱਤੀ ਹੈ ਕਿ ਕਿਹੜੇ ਇਹਨਾਂ ਦੇ 4 ਡਿਵੀਜ਼ਨ ਨੇ ਜਿਹੜੇ ਕਿ ਐਕਸਾਈਜ਼ ਚੇਨ 'ਚ ਬੈਠੇ ਨੇ, ਔਰ ਕਿਹੜੇ ਕਿਹੜੇ ਹਥਿਆਰ ਨੇ ਉਹਨਾਂ ਕੋਲ, ਕਿਹੜੀ ਉਹਨਾਂ ਦੀ ਟੁਕੜੀਆਂ ਨੇ, ਕਿੱਥੇ ਨੇ, ਪਹਿਲਾਂ ਕੀ ਸੀਗੇ ਤੇ ਹੁਣ ਕਿੰਨਾ ਜ਼ਿਆਦਾ ਵੱਧ ਗਿਆ ਵਗੈਰਾ। ਔਰ ਕੁਛ ਉਹਨਾਂ ਦੇ ਜਿਹੜੇ ਮਨਸੂਬੇ ਵਗੈਰਾ ਜਿਹੜੇ ਸਾਹਮਣੇ ਆਏ ਨੇ ਉਸ ਬਾਰੇ 'ਚ ਮੈਂ ਲਿਖਿਆ, ਇੰਡੀਅਨ ਐਕਸਪ੍ਰੈਸ 'ਚ ਲਿਖਿਆ। ਅਤੇ ਬਾਕੀ ਬਹੁਤ ਸਾਰੇ ਹੋਰ ਹੈਗੇ ਨੇ ਜਿਹੜੇ ਲੇਖਕ ਜਿਹੜੇ ਇਸ ਬਾਰੇ ਲਿਖ ਰਹੇ ਨੇ। ਉਹ ਇਹ ਤਾਂ ਸਾਨੂੰ ਸੋਚਣਾ ਪਏਗਾ ਨਾ ਜੀ। ਜਦੋਂ ਅਸੀਂ ਇੰਡੀਆ ਚਾਈਨਾ, ਇੰਡੀਆ ਪਾਕਿਸਤਾਨ ਦੀ ਗੱਲ ਕਰਦੇ ਹਾਂ, ਅਤੇ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਪਾਕਿਸਤਾਨ ਅਤੇ ਚਾਈਨਾ ਇੱਕ ਦੂਜੇ ਦੇ ਨਾਲ ਖੜੇ ਆ, ਜੋ ਚਾਈਨਾ ਇਹ ਕਹਿੰਦਾ ਕਿ ਅਮਰੀਕਾ ਭਾਰਤ ਦੇ ਨਾਲ ਖੜਾ, ਉੱਧਰੋਂ ਸਾਡੇ ਕੋਲ ਨਾਲ ਇਹ ਵੀ ਖਬਰ ਆਉਂਦੀ ਹੈ ਕਿ ਉਹ ਪਾਕਿਸਤਾਨ ਨਾਲ ਵੀ ਖੜਾ। ਅਮਰੀਕਾ ਅਸਲ ਵਿੱਚ ਕਿੱਥੇ ਖੜਾ? ਅਮਰੀਕਾ ਤਾਂ ਜੀ ਜੇ ਕੋਈ ਹੈਗੇ ਤਾਂ ਉਹ ਆਪਣੇ ਨਾਲ ਖੜੇ ਨੇ, ਉਹ ਆਪਣਾ ਫਾਇਦਾ ਦੇਖਦੇ ਨੇ, ਆਪਣਾ ਫਾਇਦਾ ਸੋਚਦੇ ਨੇ। ਔਰ ਤੁਸੀਂ ਦੇਖੋ ਲੜਾਈ ਹੋਏਗੀ, ਇਹ ਦੋਨੋਂ ਪਾਸੇ ਉਹਨਾਂ ਦੀ ਜਿਹੜੀ ਹੈ ਹਮਦਰਦੀ ਜਾਂ ਉਹਨਾਂ ਦੀ ਮਦਦ ਦੋਨੋਂ ਪਾਸੇ ਹੋਏਗੀ। ਕਿ ਜੇ ਕਿਸੇ ਪਾਸੇ ਨੂੰ ਮਦਦ ਕਰ ਰਹੇ ਹੈ, ਦੂਜੇ ਪਾਸੇ ਦੇ ਵੀ ਨਾਲ ਹੀ ਤਲਕ ਰੱਖਣਗੇ। ਉਹ ਤਾਂ ਆਪਣਾ ਸੋਚ ਆਪਣਾ ਕਰਦੇ ਆ, ਜਿੱਥੇ ਤੇਲ ਹੋਵੇ, ਜਿੱਥੇ ਯੂਰੇਨੀਅਮ ਹੋਵੇ, ਜਿੱਥੇ ਉਹਨਾਂ ਦੀ ਮਾਰਕੀਟਸ, ਕੈਪਟਿਵ ਮਾਰਕੀਟਸ ਉਹਨਾਂ ਨੂੰ ਮਿਲ ਜਾਣ, ਉਹ ਉਹਨਾਂ ਦਾ ਉੱਥੇ ਹੀ ਉਹਨਾਂ ਦਾ ਜਿਹੜਾ ਸਟੈਂਡ ਉੱਥੇ ਹੀ ਰਹੇਗਾ। ਸਾਨੂੰ ਇਸ ਭਰਮ ਵਿੱਚ ਨਹੀਂ ਰਹਿਣਾ ਚਾਹੀਦਾ ਅਮਰੀਕਾ ਤਾਂ ਕਿਸੇ ਨਾਲ ਵੀ ਕੋਈ ਵੀ ਕਿਸੇ ਨਾਲ ਨਹੀਂ ਖਲੋਂਦਾ, ਉਹ ਤਾਂ ਆਪਣਾ ਫਾਇਦਾ ਵੇਖਦੇ ਆ। ਸਾਨੂੰ ਵੀ ਆਪਣਾ ਫਾਇਦਾ ਵੇਖ ਕੇ ਚੱਲਣਾ ਚਾਹੀਦਾ ਕਰਕੇ। ਹੁਣ ਰੂਸ ਸਾਡਾ ਕਿੰਨੇ ਸਾਲ ਤੋਂ ਸਾਡਾ ਦੋਸਤ ਹੈ, ਮਗਰ ਤੁਸੀਂ ਦੇਖੋ 60 ਦੇ ਦਸ਼ਕ 'ਚ ਮੇਰੇ ਖਿਆਲ 67-68 ਦੇ ਵਿੱਚ ਇਹਨਾਂ ਨੇ ਪਾਕਿਸਤਾਨ ਨੂੰ ਹਥਿਆਰ ਦਿੱਤੇ, ਵੇਚੇ ਇਹਨਾਂ ਨੇ, ਜਿਹੜੇ ਕਿ ਸਾਡੇ ਖਿਲਾਫ ਵਰਤੇ ਗਏ ਆ ਸੰਨ 71 'ਚ। ਉਹ ਫਿਰ ਖੈਰ ਉਹ ਤੋਂ ਬਾਅਦ ਤਾਂ ਫਿਰ ਸਾਡੇ ਨਾਲ ਸੰਧੀ ਵੀ ਹੋਈ ਉਹਨਾਂ ਦੀ 71 ਅਗਸਤ 1971 'ਚ, ਔਰ ਉਹਨਾਂ ਨੇ ਖੁੱਲ੍ਹ ਕੇ ਮਦਦ ਸਾਡੀ ਕੀਤੀ ਹੈ ਬੰਗਲਾਦੇਸ਼ ਦੇ ਜੋ ਜਿੱਤ ਹਾਸਲ ਕਰਨ ਦੀ, ਔਰ ਕਰਕੇ। ਪਰ ਫਿਰ ਹੁਣ ਉਹਨਾਂ ਦੀ ਪਾਕਿਸਤਾਨ ਨਾਲ ਸੁਲ੍ਹਾ ਹੋ ਰਹੀ ਹੈ। ਦੁਨੀਆ ਹਥਿਆਰਾਂ ਦੀ ਮੰਡੀ ਹੈ। ਨਹੀਂ, ਉਹ ਤਾਂ ਹੈ ਹੀ ਹੈ, ਕਿਉਂਕਿ ਹਥਿਆਰ ਜਿਹੜਾ ਨਾ, ਹਥਿਆਰਾਂ ਨਾਲ ਇੱਕ ਤਾਂ ਤੁਸੀਂ ਇਨਫਲੂਐਂਸ ਖਰੀਦ ਸਕਦੇ ਹੋ, ਦੂਜੀ ਗੱਲ ਹੈ ਕਿ ਹਥਿਆਰਾਂ 'ਚ ਜਿਹੜਾ ਇੱਕ ਜਿਹੜਾ ਆਰਥਿਕ ਇੱਕ ਮਾਰਕਅਪ ਆ ਇੰਨਾ ਜ਼ਿਆਦਾ ਮੁਨਾਫਾ ਹੈ ਹਥਿਆਰਾਂ 'ਚ। ਇਹ ਤਾਂ ਹੀ ਦੇਖੋ ਕਿ ਇੰਨੇ ਵੱਡੀ ਰਕਮ ਜਿਹੜੀਆਂ ਹੈਗੀਆਂ ਨੇ ਉਹ ਰਿਸ਼ਵਤ ਦੇ ਤੌਰ ਦਿੱਤੀ ਜਾਂਦੀਆਂ ਨੇ ਹਥਿਆਰਾਂ ਦੇ ਕੰਟਰੈਕਟ ਲੈਣ ਵਾਸਤੇ, ਇਸੇ ਕਰਕੇ ਇੰਨਾ ਜ਼ਿਆਦਾ ਮਾਰਕਅਪ ਹੈ। ਚਲੋ ਇੱਕ ਹੋਰ ਛੋਟਾ ਵਕਫਾ, ਆਖਰੀ ਹਿੱਸੇ ਵਿੱਚ ਅਸੀਂ ਹੋਵਾਂਗੇ। ਮਨਦੀਪ ਸਿੰਘ ਬਾਜਵਾ ਹਰੀ ਸਾਡੇ ਨਾਲ ਹੈ ਅਤੇ ਇਹਨਾਂ ਤੋਂ ਕੁਝ ਹੋਰ ਸਵਾਲ ਵੀ ਹੋਣਗੇ ਜ਼ਰੂਰ।
ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਮਨਦੀਪ ਸਿੰਘ ਬਾਜਵਾ, ਜੋ ਅਸੀਂ ਸਰਹੱਦੀ ਸੂਬਿਆਂ ਦੀ ਗੱਲ ਕਰਦੇ ਹਾਂ ਤੇ ਪੰਜਾਬ ਦਾ ਬਹੁਤ ਦੁਖਾਂਤ ਹੈ। ਪੰਜਾਬ ਦੇ ਔਖੇ ਦੌਰ ਵਿੱਚ ਤੁਸੀਂ ਸਰਪੰਚੀ ਵੀ ਕੀਤੀ ਹੈ, ਤੁਹਾਨੂੰ ਉਦੋਂ ਦੇ ਹਾਲਾਤ ਵੀ ਪਤਾ ਹੈ। ਪੰਜਾਬ ਜਦੋਂ ਨੰਬਰ 1 ਪੰਜਾਬ ਖੁਸ਼ਹਾਲ ਸੂਬਾ ਕਿਹਾ ਜਾਂਦਾ ਸੀ, ਉਦੋਂ ਵੀ ਤੁਹਾਨੂੰ ਪਤਾ ਹੈ। ਜਿਹੜੀ ਪੋਲਿਟਿਕਸ ਸਾਡੇ ਸਾਹਮਣੇ ਇੰਡੀਆ ਪਾਕਿਸਤਾਨ ਦੇ ਮਾਮਲੇ 'ਚ, ਪੰਜਾਬ ਦੇ ਨਾਲ ਜਿਹੜੇ ਲੱਗਦੇ ਲਾਂਘੇ ਉਹ ਕਦੇ ਨਹੀਂ ਖੁੱਲਣਗੇ। ਆਰਥਿਕ ਤੌਰ 'ਤੇ ਸਾਨੂੰ ਬਹੁਤ ਫਾਇਦਾ ਹੋਊਗਾ ਜੇ ਉਹ ਲਾਂਘੇ ਖੁੱਲ੍ਹਦੇ ਆ। ਨਹੀਂ, ਇਹ ਤਾਂ ਲਾਜ਼ਮੀ ਗੱਲ ਹੈ ਕਿ ਸਾਡਾ ਮਾਲ ਉਧਰ ਵਿਕੇ, ਉਹਨਾਂ ਨੂੰ ਵੀ ਜ਼ਰੀਆ ਮਿਲੇ, ਕੋਈ ਉਹਨਾਂ ਦੀ ਵੀ ਮੰਡੀ ਮਿਲੇ, ਉਹਨਾਂ ਦਾ ਮਾਲ ਇੱਥੇ ਵਿਕੇ। ਆਖਿਰ ਪਾਕਿਸਤਾਨ ਵਿੱਚ ਤਾਂ ਜਿਹੜੀ ਆਰਥਿਕ ਹਾਲਤ ਬਹੁਤ ਮਾੜੀ ਹੋ ਗਈ ਹੈ। ਉਹਨਾਂ ਦਾ ਆਪਣਾ ਕੁਛ ਵੀ ਚੀਜ਼ ਉਹਨਾਂ ਦੀ ਬਾਹਰ ਨਹੀਂ ਵਿਕ ਰਹੀ, ਕੋਈ ਲੈਣ ਨੂੰ ਤਿਆਰ ਨਹੀਂ। ਕੁਛ ਤਾਂ ਉਹ ਬਣਾਉਂਦੇ ਘੱਟ ਨੇ। ਦੂਜੀ ਗੱਲ ਇਹ ਹੈ ਕਿ ਵੀ ਹੁਣ ਉਹਨਾਂ ਦੀ ਕੋਈ ਉਹਨਾਂ ਦੀ ਮੰਡੀ ਜੋ ਐਕਸਪੋਰਟ ਕਰਦੇ ਨੇ, ਸਿਰਫ ਉਹ ਫੌਜੀ ਐਕਸਪੋਰਟ ਕਰਦੇ ਨੇ ਕਿ ਜੀ ਉੱਥੇ ਸਾਊਦੀ ਅਰਬ 'ਚ ਫੌਜੀ ਭੇਜਤੇ ਆਪਣਾ ਕੁਛ। ਹੁਣ ਜਿਸ ਤਰ੍ਹਾਂ ਹੁਣ ਜਨਰਲ ਰਾਹੀਲ ਸ਼ਰੀਫ ਉੱਥੇ ਇੱਕ ਫੌਜ ਦਾ ਉੱਥੇ ਮੁਖੀ ਬਣਿਆ ਹੋਇਆ, ਜਿਹੜੀ ਸਾਊਦੀ ਅਰਬ ਦੇ ਉਹ ਯਮਨ ਦੇ ਵਿਚਕਾਰ ਲੜਾਈ ਚੱਲ ਰਹੀ ਹੈ, ਉੱਥੇ ਉਹ ਇੱਕ ਫੌਜ ਦਾ ਮੁਖੀ ਬਣਿਆ ਹੋਇਆ। ਔਰ ਦੂਜੇ ਫੌਜੀ ਜਾਂਦੇ ਨੇ ਉੱਥੇ, ਉਹਨਾਂ ਦੇ ਕਰਕੇ ਉਹੀ ਉਹਨਾਂ ਦਾ ਐਕਸਪੋਰਟ ਰਹਿ ਗਿਆ ਅਤੇ ਹੋਰ ਕੁਝ ਹੈ ਨਹੀਂ, ਕਿਉਂਕਿ ਉਹ ਉਹਨਾਂ ਦੇ ਰੁਝਾਨ ਹੀ ਇਸ ਪਾਸੇ ਸੀ ਨਾ। ਸਾਡੇ ਅੱਗੇ ਤਾਂ ਨੈਰੇਟਿਵ ਇਹ ਰੱਖਿਆ ਜਾਂਦਾ ਨਾ ਕਿ ਪਾਕਿਸਤਾਨ ਦੀ ਜਿਹੜੀ ISI ਹੈ ਉਹ ਖਾਲਿਸਤਾਨ ਨੂੰ ਪ੍ਰਮੋਟ ਕਰਦੀ ਹੈ, ਟੈਰਰਿਜ਼ਮ ਨੂੰ ਪ੍ਰਮੋਟ ਕਰਦੀ ਹੈ। ਅਸੀਂ ਉਹਨਾਂ ਨਾਲ ਕਿਉਂ ਲਾਂਘੇ ਖੁੱਲ੍ਹਣ ਬਾਰੇ ਗੱਲ ਕਰੀਏ? ਦੇਖੋ, ਉਹ ਸਾਡੀ ਆਪਣੀ ਗਲਤੀ ਸੀਗੀਆਂ। ਗਲਤੀਆਂ ਦਾ ਫਾਇਦਾ ਉਹਨਾਂ ਨੇ ਲੈਣ ਦੀ ਕੋਸ਼ਿਸ਼ ਕੀਤੀ ਕਿ ਖਾਲਿਸਤਾਨੀਆਂ ਨੂੰ ਹਥਿਆਰ ਦਿੱਤੇ, ਪੈਸੇ ਦਿੱਤੇ, ਤਰਬੀਅਤ ਦਿੱਤੀ ਔਰ ਹਰ ਕਿਸਮ ਦੀ ਬੈਕਿੰਗ ਦਿੱਤੀ ਵਗੈਰਾ। ਉਹ ਤਾਂ ਫਿਰ ਚਲੋ ਹੁਣ ਕੁਛ ਸਾਡੇ ਵੱਲੋਂ ਵੀ ਕੁਛ ਕਾਊਂਟਰ ਕੀਤਾ ਗਿਆ 87 ਤੇ 92 ਦੇ ਵਿੱਚ ਅਤੇ ਫਿਰ ਉਹ ਪਿੱਛੇ ਹਟੇ ਨੇ। ਅਤੇ ਉਹ ਫਿਰ ਹਿਸਾਬ ਕਿਤਾਬ ਠੀਕ ਰਿਹਾ ਉਦੋਂ। ਫਿਰ ਇੱਥੇ ਵੀ ਆਪਣਾ ਜਿਹੜਾ ਪੁਲਿਸ ਹਾਵੀ ਹੋ ਗਈ ਔਰ ਜਿਹੜੇ ਖਾਲਿਸਤਾਨੀ ਤਾਕਤਾਂ ਵਗੈਰਾ ਸੀਗੀਆਂ ਉਹਨਾਂ ਦਾ ਖਾਤਮਾ ਕੀਤਾ ਗਿਆ। ਨਹੀਂ, ਜ਼ਮੀਨ 'ਤੇ ਤਾਂ ਮਿਸਟਰ ਬਾਜਵਾ ਖਾਲਿਸਤਾਨ ਦਾ ਕੋਈ ਜ਼ਿਕਰ ਨਹੀਂ ਹੈ ਪੰਜਾਬ ਦੇ ਵਿੱਚ, ਪਰ ਸਾਨੂੰ ਡਰਾਇਆ ਇਸ ਤਰੀਕੇ ਜਾਂਦਾ ਕਿ ਪਾਕਿਸਤਾਨ ਖਾਲਿਸਤਾਨ ਨੂੰ ਪ੍ਰਮੋਟ ਕਰਦਾ, ਅਸੀਂ ਉਹਨਾਂ ਨਾਲ ਗੱਲ ਵੀ ਨਹੀਂ। ਫਿਰ ਉਹ ਜ਼ਿਆਦਾ ਨਹੀਂ ਕੋਸ਼ਿਸ਼ ਤਾਂ ਕਰਦੇ ਆ ਪੂਰੀ। ਆਮ ਵੀ ਜਿਹੜਾ ਪਾਕਿਸਤਾਨੀ ਨਾਗਰਿਕ ਹੈ ਉਹ ਹਮੇਸ਼ਾ ਸਿੱਖਾਂ ਨੂੰ ਉਕਸਾਉਣ ਦੇ ਵਿੱਚ ਲੱਗਿਆ ਰਹਿੰਦਾ, ਹਮੇਸ਼ਾ ਉਹੀ ਗੱਲਾਂ ਕਰਦੇ ਵਗੈਰਾ। ਸੋ ਉਹ ਤਾਂ ਇਹਨਾਂ ਦੀ ਉਹ ਕੋਸ਼ਿਸ਼ ਤਾਂ ਉਹਨਾਂ ਦੀ ਹੈ, ਮਗਰ ਇਹ ਹੈ ਕਿ ਇੰਨੀ ਜ਼ਿਆਦਾ ਕੋਸ਼ਿਸ਼ ਕਰਦੇ। ਦੇਖੋ, ਸਮਝ ਲਓ 81 'ਚ ਇਸ ਤਰ੍ਹਾਂ ਦਾ ਖਾਲਿਸਤਾਨ ਦਾ ਨਾਂ ਅਸੀਂ ਸੁਣਦੇ ਆ ਰਹੇ ਹਾਂ ਵਗੈਰਾ। 40 ਸਾਲ ਤੋਂ ਜ਼ਿਆਦਾ ਹੋ ਗਏ ਨੇ, ਮਗਰ ਆਪਣਾ ਖਾਲਿਸਤਾਨੀ ਜਿਹੜੇ ਹਮਾਇਤੀ ਨੇ ਉਹਨਾਂ ਦੀ ਨਫਰੀ ਜਿਹੜੇ ਵੱਧਣ ਵਾਲਾ ਘਟ ਗਈ ਹੈ। ਅਤੇ ਹਾਲਾਂਕਿ ਇੰਨਾ ਵੱਡਾ ਇੱਕ ਮੁਹਿੰਮ ਚਲਾਇਆ, ਇਹਨੇ ਹਜ਼ਾਰਾਂ ਲੋਕੀ ਮਾਰੇ ਔਰ ਕਿੰਨਾ ਨੁਕਸਾਨ ਕੀਤਾ, ਔਰ ਕਰਕੇ ਫਿਰ ਵੀ ਉਹ ਜਿੱਤ ਨਹੀਂ ਸਕੇ। ਇਸ ਕਰਕੇ ਕਿ ਲੋਕਾਂ ਦੇ ਵਿੱਚ ਉਹਨਾਂ ਦੀ ਕੋਈ ਆਪਣਾ ਸਪੋਰਟ ਨਹੀਂ ਹੈਗੀ। ਤੁਸੀਂ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਦੌਰ ਵੀ ਦੇਖਿਆ, ਤੁਸੀਂ ਉਹਦਾ ਜ਼ਿਕਰ ਵੀ ਕਰਦੇ ਹੋ ਬਹੁਤ ਵਾਰ, ਅਤੇ ਹੁਣ ਅੰਮ੍ਰਿਤਪਾਲ ਸਿੰਘ ਦਾ ਦੌਰ ਸਾਡੇ ਸਾਹਮਣੇ ਪਿਆ। ਅਸੀਂ ਇਸ ਦੇ ਵਿਚਾਲੇ ਕਿੰਨਾ ਕੁਛ ਗਵਾ ਲਿਆ? ਦੇਖੋ, ਹੁਣ ਮੈਨੂੰ ਵੀ ਸਮਝ ਨਹੀਂ ਆਉਂਦਾ ਕਿ ਵੀ ਕੀ ਉਹ ਹਾਸਿਲ ਕਰਨਾ ਚਾਹੁੰਦੇ ਸਾਰੇ ਜਿਹੜੇ ਉਹ ਗਰਮ ਦਿਲੀ ਸੀਗੇ 80 ਦੇ 90 ਦੇ ਦਸ਼ਕ ਦੇ, ਕੀ ਹਾਸਿਲ ਕਰਨਾ ਚਾਹੁੰਦੇ ਸੀਗੇ? ਕੀ ਕੋਈ ਨਾ ਟੀਚਾ ਨਹੀਂ ਸੀ, ਕੁਛ ਨਹੀਂ, ਕੋਈ ਉਹਨਾਂ ਦੇ ਸੁਝਾਅ ਨਹੀਂ ਸੀਗੇ, ਕੋਈ ਹੱਲ ਨਹੀਂ ਸੀਗੇ, ਕੋਈ ਇਹਨਾਂ ਨੇ ਵਿੱਦਿਆ ਦੀ ਗੱਲ ਨਹੀਂ ਕੀਤੀ, ਕੋਈ ਸਿੱਖਿਆ ਦੀ ਗੱਲ ਨਹੀਂ ਕੀਤੀ, ਕੋਈ ਸਿਹਤ ਸੇਵਾਵਾਂ ਦੀ ਗੱਲ ਨਹੀਂ ਕੀਤੀ, ਕੋਈ ਨੌਕਰੀਆਂ ਦੀ ਗੱਲ ਨਹੀਂ ਕੀਤੀ। ਬਸ ਇਹੀ ਹੈ ਕਿ ਜੀ ਬਸ ਉਹ ਰਾਜ ਬਣਾਉਣਾ ਹੈ ਔਰ ਲੋਕਾਂ ਨੂੰ ਮਾਰਨਾ, ਦਹਿਸ਼ਤਗਰਦੀ ਵਗੈਰਾ, ਡਰਾਉਣਾ ਵਗੈਰਾ। ਇਹ ਤਾਂ ਲਾਜ਼ਮੀ ਗੱਲ ਹੈ ਕਿ ਉਹ ਕਾਮਯਾਬ ਨਹੀਂ ਹੋ ਸਕਦੇ ਸੀਗੇ। ਇਹ ਪੰਜਾਬ ਦੇ ਵਿੱਚ ਪੋਲੀਟੀਕਲ ਫੋਰਸਸ ਦੀ ਵੀ ਨਾਕਾਮੀ ਹੈ, ਜਿਨ੍ਹਾਂ ਨੇ ਇਸ ਏਜੰਡੇ ਨੂੰ ਪ੍ਰਮੋਟ ਵੀ ਕੀਤਾ ਅਤੇ ਉਸ ਤੋਂ ਬਾਅਦ ਉਸ ਏਜੰਡੇ ਦੇ ਵਿਚਾਲੇ ਆ। ਮੇਰਾ ਤਾਂ ਦੇਖੋ ਸਾਫ਼ ਹੈ ਕਿ ਵੀ ਦੇਖੋ ਸਾਰਿਆਂ ਦੀ ਗਲਤੀ ਸਾਰਿਆਂ ਦੀ ਸੀਗੀ, ਸਿਵਾਏ ਪੰਜਾਬ ਦਾ ਜਿਹੜਾ ਇੱਕ ਆਮ ਨਾਗਰਿਕ ਸੀਗਾ। ਉਹਨੇ ਆਪਣਾ ਹੌਸਲਾ ਰੱਖਿਆ, ਉਹਨੇ ਧੰਬਲ ਨਾਲ ਕੰਮ ਰੱਖਿਆ, ਉਹਨੇ ਆਪਣੇ ਭਾਈਚਾਰਾ ਬਣਾ ਕੇ ਰੱਖਿਆ ਔਰ ਉਹਨੇ ਇਹ ਜਿਹੜੀ ਫਿਰਕਾ ਪ੍ਰਸਤ ਅਤੇ ਨੁਕਸਾਨਦੇਹ ਔਰ
ਸਮਝ ਲਓ ਇਸ ਖਤਰਨਾਕ ਤਾਕਤਾਂ ਨੇ ਉਹਨਾਂ ਦੇ ਉਹਨਾਂ ਤੋਂ ਉਹ ਆਪਣਾ ਪ੍ਰਭਾਵਿਤ ਨਹੀਂ ਹੋਇਆ ਔਰ ਆਪਣਾ ਕੰਮ ਕਰਦਾ ਰਿਹਾ ਔਰ ਅਖੀਰ 'ਚ ਜਾ ਕੇ ਕਾਮਯਾਬੀ ਅਖੀਰ 'ਚ ਉਸੇ 'ਤੇ ਹੋਈ ਆ। ਜਿਹੜਾ ਸਮਝ ਲਓ 93-94 ਦੇ ਵਿੱਚ ਸਮਝ ਲਓ ਅੱਤਵਾਦ ਖਤਮ ਹੋਇਆ। ਇਹ ਤਾਂ ਜਿਹੜਾ ਪੰਜਾਬ ਦਾ ਆਮ ਨਾਗਰਿਕ ਸੀਗਾ ਜਿਹੜਾ ਕਿ ਵੀ ਉਹਦੀ ਕਾਮਯਾਬੀ ਹੋਈ ਸੀ, ਕਿਉਂਕਿ ਉਹਨੇ ਹਿਮਾਇਤ ਨਹੀਂ ਕੀਤੀ, ਉਹਨੇ ਸਗੋਂ ਜਾ ਕੇ ਖਬਰਾਂ ਦਿੰਦੇ ਰਹੇ ਪੁਲਿਸ ਨੂੰ, ਹੋਰ ਦੂਜੇ ਸੁਰੱਖਿਆ ਦਸਤਿਆਂ ਨੂੰ ਕਿ ਵੀ ਇੱਥੇ ਆਹ ਮੁੰਡੇ ਇੱਥੇ ਨੇ ਫਲਾਣੇ ਕਰਕੇ, ਉਹ ਫੜੇ ਗਏ, ਕੁਛ ਮਾਰੇ ਗਏ। ਪੰਜਾਬ 'ਚ ਬੇਗੁਨਾਹ ਵੀ ਬਹੁਤ ਮਾਰੇ ਗਏ। ਇਹ ਤਾਂ ਫਿਰ ਹੈ ਹੀ ਹੈ, ਇਹ ਤਾਂ ਕੋਈ ਕਰ ਸਕਦਾ। ਇਹ ਅੱਤਵਾਦੀਆਂ ਨੇ ਬਹੁਤ ਸਾਰੇ ਬੇਗੁਨਾਹ ਮਾਰੇ ਔਰ ਅਫਸੋਸ ਦੀ ਗੱਲ ਹੈ ਕਿ ਵੀ ਆਪਣਾ ਪੁਲਿਸ ਨੇ ਵੀ ਮਾਰੇ। ਸੋ ਇਹ ਜਿਹੜਾ ਹੈ ਇੱਕ ਇਹ ਸਾਨੂੰ ਇਸ ਸੱਚ ਦਾ ਸਾਹਮਣਾ ਕਰਨਾ ਚਾਹੀਦਾ ਹਮੇਸ਼ਾ ਔਰ ਆਪਣਾ ਔਰ ਇਸ ਤੋਂ ਸਿੱਖੀਏ ਅਸੀਂ ਔਰ ਅਸੀਂ ਇੱਕ ਬਿਹਤਰ ਕੱਲ੍ਹ ਬਣਾਉਣ ਦੀ ਕੋਸ਼ਿਸ਼ ਕਰੀਏ, ਇੱਕ ਬਿਹਤਰ ਸੂਬਾ, ਇੱਕ ਬਿਹਤਰ ਮੁਲਕ ਬਣਾਉਣ ਦੀ ਕੋਸ਼ਿਸ਼ ਕਰੀਏ, ਜੀਵਨੀ ਆਪਣੀ ਬਿਹਤਰ ਬਣਾਈਏ। ਆਪਾਂ ਆਖਰੀ ਹਿੱਸੇ ਵਿੱਚ ਮਨਦੀਪ ਸਿੰਘ ਬਾਜਵਾ ਜੀ, ਪਿਤਾ ਦਾ ਸੁਪਨਾ ਜਿਹੜਾ ਕਿਤਾਬ ਹੈ ਉਹ ਪੂਰੀ ਕਰਨੀ ਹੈ ਜਾਂ ਉਸ ਦੇ ਵਿਚਾਲੇ ਕੁਝ ਹੋਰ ਵੀ ਹੈ ਜਿਹੜੇ ਉਹਨਾਂ ਦੇ ਕੰਮ ਜਿਹੜੇ ਰਹਿੰਦੇ ਤੁਸੀਂ ਪੂਰੇ ਕਰਨਾ ਚਾਹੁੰਦੇ ਹੋ? ਨਹੀਂ, ਕਿਤਾਬ ਤਾਂ ਪਹਿਲੀ ਗੱਲ ਤਾਂ ਉਹ ਕਿਤਾਬ ਹੀ ਹੈ ਅਤੇ ਆਪਣਾ ਉਹ ਆਪਣੀ ਵਸੀਅਤ ਵਿੱਚ ਵੀ ਲਿਖ ਕੇ ਗਏ ਸੀ ਕਿ ਮੈਂ ਸਮਝਾਂ ਕਿ ਉਹਨਾਂ ਦੀ ਵਸੀਅਤ ਤੋਂ ਸਭ ਤੋਂ ਕੀਮਤੀ ਚੀਜ਼ ਮੈਨੂੰ ਮਿਲੀ ਕਿ ਇੱਕ ਉਹਨਾਂ ਦੀ ਸਾਰੀਆਂ ਕਿਤਾਬਾਂ, ਉਹਨਾਂ ਦੇ ਲੈਪਟਾਪ ਔਰ ਉਹਨਾਂ ਦੀ ਕਿਤਾਬਾਂ ਦੀ ਰਾਈਟਸ, ਅਤੇ ਨਾਲੇ ਉਹ ਮਤਲਬ ਉਹਨਾਂ ਨੇ ਅਖੀਰ 'ਚ ਲਿਖਿਆ ਕਿ ਉਹ ਜਿਹੜਾ ਮੇਰਾ ਲੇਖ ਨੇ ਉਹਨਾਂ ਨਾਲ ਜੋ ਮਰਜ਼ੀ ਉਹ ਕਰ ਸਕੇ। ਸੋ ਉਹ ਜਿਹੜਾ ਇੱਕ ਸਮਝ ਲਓ ਮੇਰੇ ਮੋਢੇ ਉੱਤੇ ਇੱਕ ਜ਼ਿੰਮੇਵਾਰੀ ਛੱਡ ਗਏ ਨੇ, ਉਹ ਮੈਂ ਜ਼ਰੂਰ ਪੂਰੀ ਕਰਨਾ ਚਾਹੁੰਦਾ ਔਰ ਰੱਬ ਮੈਨੂੰ ਤਾਕਤ ਦੇਵੇ, ਉਹ ਮੈਂ ਜ਼ਰੂਰ ਪੂਰੀ ਕਰਕੇ ਛੱਡਾਂਗਾ। ਖਜ਼ਾਨਾ ਦੇ ਕੇ ਤੁਹਾਨੂੰ ਇਹ ਵਾਕਈ ਇੱਕ ਬਹੁਤ ਵੱਡਾ ਖਜ਼ਾਨਾ ਹੈ ਔਰ ਉਹ ਖਜ਼ਾਨਾ ਹੀ ਉਹਨਾਂ ਤੋਂ ਹੀ ਮਿਲਿਆ ਕਿਤਾਬਾਂ ਦਾ ਕਿ ਮੈਂ ਉਹਨਾਂ ਦੀ ਜਾ ਕੇ ਕਿਤਾਬਾਂ ਪੜ੍ਹਦਾ ਰਿਹਾ, ਕਰਦਾ ਰਿਹਾ ਔਰ ਉਹਨਾਂ ਨੇ ਹਮੇਸ਼ਾ ਔਰ ਉਹਨਾਂ ਨੇ ਮੈਨੂੰ ਲਾਇਬ੍ਰੇਰੀ ਦੀ 8 ਸਾਲ ਦੀ ਉਮਰ 'ਚ ਮੈਨੂੰ ਲਾਇਬ੍ਰੇਰੀ ਦੀ ਮੈਂਬਰਸ਼ਿਪ ਦਿਵਾਤੀ ਔਰ ਹਮੇਸ਼ਾ ਮੈਨੂੰ ਕਿਤਾਬਾਂ ਲੈ ਕੇ ਦਿੰਦੇ ਰਹੇ ਔਰ ਹਮੇਸ਼ਾ ਖੁਸ਼ ਹੁੰਦੇ ਸੀਗੇ ਕਿਤਾਬਾਂ ਪੜ੍ਹ ਰਹੇ, ਮੈਨੂੰ ਕਿਤਾਬਾਂ ਦਿੰਦੇ ਸੀਗੇ ਕਰਕੇ। ਸੋ ਉਹ ਜਿਹੜਾ ਸਭ ਤੋਂ ਵੱਡਾ ਖਜ਼ਾਨਾ ਜਿਹੜਾ ਹੈ ਨਾ, ਉਹ ਮੈਨੂੰ ਉਹ ਦੇ ਗਏ ਆ ਔਰ ਉਹਦਾ ਭਰਪੂਰ ਲਾਭ ਮੈਂ ਉਠਾ ਰਿਹਾ। ਤੁਸੀਂ ਬਹੁਤ ਖੁਸ਼ ਦਿਲ ਹੋ, ਬੜੇ ਫਰਾਕ ਦਿਲ ਹੋ ਤੁਸੀਂ ਮਨਦੀਪ ਸਿੰਘ ਬਾਜਵਾ। ਕਦੇ ਇਹੋ ਜਿਹੀ ਕੋਈ ਇੰਟਰਵਿਊ ਤੁਸੀਂ ਕੀਤੀ ਹੋਵੇ ਜਾਂ ਕੋਈ ਇਹੋ ਜਿਹਾ ਤੱਥ ਤੁਹਾਡੇ ਅੱਗੇ ਆਇਆ ਹੋਵੇ ਜਦੋਂ ਮਨਦੀਪ ਸਿੰਘ ਬਾਜਵਾ ਬਹੁਤ ਹੁੱਬ ਕੇ ਰੋਏ ਹੋਣ ਅਤੇ ਉਹ ਕਿਸੇ ਨੂੰ ਦੱਸ ਨਾ ਸਕੇ ਹੋ? ਕਈ ਵਾਕਿਆ ਸੀਗੇ, ਖਾਸ ਕਰਕੇ ਜਿਹੜਾ ਅੱਤਵਾਦ ਵੇਲੇ ਜੋ ਅਸੀਂ ਸਾਹਮਣੇ ਵੇਖਿਆ ਔਰ ਇੱਕ ਵਾਕਿਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਵੀ ਇੱਕ ਦਿਨ ਮੈਂ ਇੱਥੇ ਕਾਂਗਰਸ ਭਵਨ ਗਿਆ ਅਤੇ ਉਹ ਸਾਰੇ ਉੱਥੇ ਕਹਿ ਰਹੇ ਸੀ ਕਿ ਆਓ ਚੱਲੀਏ, ਉੱਥੇ ਕੋਈ ਕੁਛ ਲੋਕੀ ਮਾਰੇ ਗਏ ਨੇ ਖੰਨੇ ਦੇ ਕੋਲ, ਅਤੇ ਉਹ ਉੱਥੇ ਅਸੀਂ ਉਹਨਾਂ ਦਾ ਸੰਸਕਾਰ ਦਾ ਕੋਸ਼ਿਸ਼ ਕਰ ਰਹੇ ਦੀ ਤਿਆਰੀ ਕਰਨੀ, ਇੰਤਜ਼ਾਮ ਕਰਨਾ ਵਗੈਰਾ। ਉਹ ਅਸੀਂ ਗਏ ਉੱਥੇ, ਇਹ ਕੁਛ ਲੱਗਦੇ ਸੀਗੇ ਪੂਰਵਾਂਚਲ ਤੋਂ, ਮਤਲਬ ਕਿ ਵੀ ਇਹ ਪੂਰਬੀ ਯੂਪੀ ਤੋਂ ਜਾਂ ਬਿਹਾਰ ਤੋਂ ਆਏ ਸੀਗੇ, ਉੱਥੇ ਕੰਮ ਕਰ ਰਹੇ ਸੀਗੇ। ਉਹਨਾਂ ਦਾ ਆਪਣਾ ਝੋਨਾ ਵੱਢਣ ਵਾਸਤੇ ਆਏ ਸੀਗੇ ਅਤੇ ਟਿਊਬਵੈੱਲ 'ਤੇ ਰਾਤ ਸੁੱਤੇ ਸੀਗੇ, 10-11 ਜਣੇ ਸੀਗੇ। ਉਹਨਾਂ ਨੂੰ ਬੇਰਹਿਮੀ ਨਾਲ ਸੁੱਤੇ ਨੂੰ ਮਾਰ ਦਿੱਤਾ ਗਿਆ ਸੀਗਾ। ਅਤੇ ਮੈਂ ਕਿਹਾ ਮੈਨੂੰ ਇੰਨਾ ਦੁੱਖ ਹੋਇਆ, ਮੈਂ ਕਿਹਾ ਆਪਣੇ ਪਿੰਡਾਂ ਦੀ ਗਰੀਬੀ ਤੋਂ ਆਪਣੇ ਉੱਥੋਂ ਉੱਠ ਕੇ ਆਏ ਨੇ ਕਿ ਆਪਣੇ ਪਰਿਵਾਰ ਵਾਸਤੇ ਕੁਛ ਪੈਸੇ ਕਮਾ ਕੇ ਵਾਪਸ ਭੇਜਣ, ਅਤੇ ਇਹਨਾਂ ਨੂੰ ਇੱਥੇ ਪੰਜਾਬੀਆਂ ਨੇ ਇਹਨਾਂ ਨੂੰ ਮਾਰ ਦਿੱਤਾ। ਔਰ ਉਹ ਪੁਲਿਸ ਵੀ ਬੜੀ ਹੈਰਾਨ ਸੀਗੀ। ਉਹ ਕਹਿੰਦੇ ਕਿ ਵੀ ਇਹਨਾਂ ਬੰਦਿਆਂ ਦਾ ਕਿਸੇ ਨੂੰ ਨਾਂ ਨਹੀਂ ਪਤਾ ਕਿ ਉੱਥੇ ਆਉਂਦੇ ਸੀਗੇ ਅਤੇ ਆਪਣਾ ਕੰਮ ਕਰਦੇ ਸੀਗੇ ਅਤੇ ਪੈਸੇ ਲੈਂਦੇ ਸੀਗੇ, ਫਿਰ ਅਗਾਂਹ ਚਲੇ ਜਾਂਦੇ ਸੀਗੇ, ਕਿਸੇ ਨੂੰ ਨਾਂ ਨਹੀਂ ਪਤਾ, ਕੋਈ ਪਤਾ ਨਹੀਂ ਸੀ ਪਤਾ ਕਿ ਉਹਨੂੰ ਕਿ ਵੀ ਕਿਹਨੂੰ ਦੱਸੀਏ ਅਸੀਂ ਕਿ ਵੀ ਇਹ ਜਿਹੜੇ ਇਹ ਸ਼ਹੀਦ ਹੋਏ ਨੇ, ਇਹ ਉਹਨਾਂ ਦੇ ਪਰਿਵਾਰਾਂ ਨੂੰ ਕਿਹੜੇ ਪਰਿਵਾਰ ਨੇ, ਕਿਸ ਤਰ੍ਹਾਂ ਲੱਭੀਏ ਕਰੀਏ। ਅਤੇ ਮੈਨੂੰ ਇੰਨਾ ਦੁੱਖ ਹੋਇਆ ਉਦੋਂ ਕਿ ਹਿਸਾਬ ਕੋਈ ਨਹੀਂ। ਔਰ ਹਮੇਸ਼ਾ ਮੈਂ ਸੋਚਦਾ ਔਰ ਉਹ ਚੀਜ਼ ਹਮੇਸ਼ਾ ਮੇਰੇ ਆ ਕੇ ਆਉਂਦੀ ਹੈ ਕਿ ਵੀ ਇਸ ਤਰ੍ਹਾਂ ਕਰਕੇ ਕਿਸੇ ਗਰੀਬ ਦੀ ਹਾਏ ਜਿਹੜੀ ਕਦੀ ਸੁਣਨੀ ਨਾ ਪਵੇ ਔਰ ਇਹੋ ਜਿਹਾ ਵਾਕਿਆ ਕਦੀ ਨਾ ਦੇਖਣਾ ਪਵੇ ਔਰ ਇਸ ਮੁਲਕ ਨੂੰ ਖੁਸ਼ਹਾਲੀ ਦੇ ਵੱਲ ਨਹੀਂ ਲੈ ਚਲੀਏ ਔਰ ਇੱਕ ਆਪਸ ਸਮਾਜ ਦੇ ਵਿੱਚ
ਇੱਕ ਬਿਹਤਰ ਸਮਝਦਾਰੀ ਜਿਹੜੀ ਹੈ ਨਾ ਉਹਦੇ ਵੱਲ ਅਸੀਂ ਕੰਮ ਕਰੀਏ। ਤੇ ਇਹੀ ਮੈਨੂੰ ਮੇਰਾ ਇੱਕ ਜ਼ਿੰਦਗੀ ਦਾ ਇਹੋ ਜਿਹਾ ਵਾਕਿਆ ਸੀਗਾ ਜਿਹੜਾ ਕਿ ਮੈਨੂੰ ਬਹੁਤ ਬਦਲ ਕੇ ਰੱਖ ਦਿੱਤਾ ਸੀ। ਇੱਕ ਆਖਰੀ ਸਵਾਲ, ਤੁਸੀਂ ਮਿਲਟਰੀ ਬਾਰੇ, ਆਰਮੀ ਬਾਰੇ, ਸਾਡੇ ਬਾਰਡਰ ਬਾਰੇ ਬਹੁਤ ਕੁਝ ਲਿਖਦੇ ਪੜ੍ਹਦੇ ਹੋ। ਮਨਦੀਪ ਸਿੰਘ ਬਾਜਵਾ ਸੋਚਦੇ ਆ ਕਿ ਜੰਗ ਕਿਸੇ ਸਮੱਸਿਆ ਦਾ ਹੱਲ ਹੈ। ਦੇਖੋ, ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂ ਹੈਗਾ। ਇਹ ਆਪਣਾ ਸੰਨ 71 'ਚ ਇਹਦੇ ਹਾਲਾਤ ਵੇਖ ਕੇ, ਆਪਣਾ ਪੂਰਬੀ ਪਾਕਿਸਤਾਨ ਦੇ ਹਾਲਾਤ ਵੇਖ ਕੇ ਇੰਦਰਾ ਗਾਂਧੀ ਨੇ ਫੌਜ ਨੂੰ ਕਿਹਾ ਸੀ ਕਿ ਵੀ ਤਿਆਰ ਹੋ ਜਾਓ, ਉੱਥੇ ਤੁਸੀਂ ਮੁਦਾਖਲਤ ਕਰਨੀ ਹੈ। ਮਗਰ ਤਿਆਰੀ ਫਿਰ ਵੀ ਇਸ ਪਾਸੇ ਸੀ ਕਿ ਵੀ ਜੰਗ ਤੋਂ ਬਾਅਦ ਪਾਕਿਸਤਾਨ ਨਾਲ ਬਹਿ ਕੇ ਸੁਲ੍ਹਾ ਕਰਨੀ ਹੈ, ਸੁਲ੍ਹਾ ਤੋਂ ਪਹਿਲਾਂ ਗੱਲਬਾਤ ਜ਼ਰੂਰ ਕਰਨੀ ਹੈ। ਉਹਦੀ ਵੀ ਪਹਿਲਾਂ ਤਿਆਰੀ ਕਰਕੇ ਰੱਖੀ ਸੀ। ਔਰ ਸੁਣਿਆ ਕਿ ਵੀ ਕੋਈ ਦੂਜਾ ਟਰੈਕ ਵੀ ਸੀਗਾ, ਉਸ ਬਾਰੇ 'ਚ ਨਹੀਂ ਕਹਿ ਸਕਦੇ ਕਿਉਂਕਿ ਉਹ ਬੜਾ ਧੁੰਦਲਾ ਜਿਹਾ ਕਿਸਮ ਦੇ ਸਬੂਤ ਆਏ ਨੇ। ਮਗਰ ਉਹ ਤਿਆਰੀ ਸੀਗੀ। ਔਰ ਦੇਖੋ ਕਿ ਦਸੰਬਰ 'ਚ ਲੜਾਈ ਖਤਮ ਹੁੰਦੀ ਹੈ ਅਤੇ ਜੂਨ ਦੇ ਅਖੀਰ ਜੁਲਾਈ 'ਚ ਸ਼ਿਮਲਾ ਸਿਖਰ ਸੰਮੇਲਨ ਹੋਇਆ ਔਰ ਉੱਥੇ ਸਮਝੌਤਾ ਕੀਤਾ ਗਿਆ। ਔਰ ਕੁਝ ਸਮਝ ਲਓ ਕੁਛ ਚਿਰ ਵਾਸਤੇ ਅਮਨ ਸ਼ਾਂਤੀ ਆ ਗਈ ਅਤੇ ਉਹ ਜਿਹੜੇ ਇੱਕ ਦੂਜੇ ਇਲਾਕੇ ਦੇ ਕਬਜ਼ੇ ਕੀਤੇ ਸੀ ਉਹ ਵਾਪਸ ਕਰਤੇ, ਜੰਗੀ ਕੈਦੀ ਵਾਪਸ ਕਰਤੇ ਅਤੇ ਉਹ ਥੋੜ੍ਹਾ ਚਿਰ ਹੋ ਰਿਹਾ। ਫਿਰ ਜਾ ਕੇ 80 ਦੇ ਵਿੱਚ ਫਿਰ ਉਹ ਦੁਬਾਰਾ ਇੱਕ ਕਿਸਮ ਦੀ ਜਿਹੜੀ ਹੈ ਨਾ ਬਗੈਰ ਘੋਸ਼ਿਤ ਲੜਾਈ ਫਿਰ ਸ਼ੁਰੂ ਹੋ ਗਈ ਸੀਗੀ ਸਿਆਚਿਨ 'ਚ, ਪੰਜਾਬ 'ਚ ਵੀ। ਤਾਂ ਉਹ ਦੌਰ ਮਤਲਬ 10 ਕੁ ਸਾਲ ਉਹ ਚੱਲਿਆ ਸ਼ਾਂਤੀ ਦਾ ਦੌਰ। ਚਲੋ, ਬਹੁਤ ਧੰਨਵਾਦ ਮਨਦੀਪ ਸਿੰਘ ਬਾਜਵਾ ਤੇ ਵਕਤ। ਸ਼ੁਕਰੀਆ ਤੁਹਾਨੂੰ ਬੁਲਾਉਣ ਵਾਸਤੇ। ਇਹ ਸਰ ਮਨਦੀਪ ਸਿੰਘ ਬਾਜਵਾ, ਮਿਲਟਰੀ ਹਿਸਟੋਰੀਅਨ ਨੇ, ਡਿਫੈਂਸ ਐਨਲਿਸਟ ਨੇ। ਇਹਨਾਂ ਤੋਂ ਹੋਰ ਵੀ ਬਹੁਤ ਕੁਝ ਅਸੀਂ ਪੁੱਛ ਸਕਦੇ ਹਾਂ, ਪਰ ਟੀਵੀ ਦੇ ਉੱਤੇ ਜਾਂ ਮੀਡੀਆ ਦੇ ਵਿੱਚ ਬਹੁਤ ਜਾਣਕਾਰੀਆਂ ਇਹੋ ਜਿਹੀਆਂ ਜਿਹੜੀਆਂ ਸਾਡੀਆਂ ਸਰਹੱਦਾਂ ਦੇ ਨਾਲ, ਸਾਡੀ ਦੇਸ਼ ਦੀ ਸੁਰੱਖਿਆ ਦੇ ਨਾਲ ਜੁੜੀਆਂ ਹੋਈਆਂ, ਉਹ ਸਾਂਝੀਆਂ ਨਹੀਂ ਕੀਤੀਆਂ ਜਾ ਸਕਦੀਆਂ। ਪਰ ਅਸੀਂ ਉਮੀਦ ਕਰਦੇ ਹਾਂ ਕਿ ਮਨਦੀਪ ਸਿੰਘ ਬਾਜਵਾ ਦੀ ਕਲਮ ਜੋ ਲਿਖਦੀ ਪਈ ਹੈ ਤੇ ਜੋ ਲਿਖੇਗੀ ਉਹ ਸਾਨੂੰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਰਾਹ ਦੱਸਦੀ ਰਹੂਗੀ ਕਿ ਸਾਡੇ ਦੇਸ਼ ਦੀ ਸੁਰੱਖਿਆ ਦਾ ਮੁੱਦਾ ਕਿੰਨਾ ਵੱਡਾ ਹੈ ਤੇ ਉਸ ਦੇ ਵਿਚਾਲੇ ਸਿਆਸਤ ਹੈ ਜਿਹੜੀ ਉਸ ਸੁਰੱਖਿਆ ਦੇ ਮੁੱਦੇ ਨੂੰ ਕਿਹੜੇ ਨਜ਼ਰੀਏ ਨਾਲ ਦੇਖਦੀ ਪਈ ਹੈ। ਬਹੁਤ ਧੰਨਵਾਦ।